ਜਿਹੜੀ ਹੁੰਦੀ ਹੈ ਸਰਕਾਰ ਨਿਰਪੱਖਤਾ ਵਾਲੀ ਹੁੰਦੀ ਹੈ, ਸਾਰੇ ਧਰਮ ਦਾ ਸਤਿਕਾਰ, ਸੰਵਿਧਾਨ ਮੁਤਾਬਕ ਵੀ ਇੱਥੇ ਸਾਰਿਆਂ ਦਾ ਸਤਿਕਾਰ ਬਣਦਾ, ਪਰ ਇੱਕ ਪਾਸੇ ਉਲਾਰ ਕਿਉਂ ਹੋ ਰਹੀ ਹੈ ਜਿਹੜੀ ਮੋਦੀ ਸਰਕਾਰ? ਇਹ ਜੀ ਸਾਇੰਸ ਹੈਗੇ ਹੈ ਕਿ ਵੀ ਤੁਸੀਂ ਇਨਟੋਲਰੈਂਟ ਹੋ ਰਹੇ ਹੋ, ਤੁਹਾਡੇ ਤੋਂ ਹਜ਼ਮ ਹੀ ਨਹੀਂ ਹੋ ਰਿਹਾ ਕ੍ਰਿਟਿਸਿਜ਼ਮ। ਸੁਪਰੀਮ ਕੋਰਟ ਨੇ ਵੀ ਜਜਮੈਂਟ ਦਿੱਤੀ ਹੈ ਕਿ ਭਾਈ ਤੁਸੀਂ ਦੇਸ਼ ਦਰੋਹ ਦਾ ਮੁਕੱਦਮਾ ਪਾ ਦਿੰਦੇ 2 ਮਿੰਟ 'ਚ ਸਾਰਿਆਂ ਤੇ। ਜਜਮੈਂਟ ਆਈ ਹੈ ਸੁਪਰੀਮ ਕੋਰਟ ਦੀ ਕਿ ਬਈ ਸਰਕਾਰ ਦੀ ਖਿਲਾਫਤ ਕਰਨਾ ਜਾਂ ਸਰਕਾਰ ਦੇ ਖਿਲਾਫ ਬੋਲਣਾ ਇਹ ਦੇਸ਼ ਦਰੋਹ ਨਹੀਂ ਹੈ, ਤੁਸੀਂ ਐਵੇਂ ਕਰੀ ਜਾਂਦੇ ਹੋ। ਛੋਟਾ ਕੋਈ ਵੀ ਬੰਦਾ ਬੋਲਦਾ ਉੱਥੇ ਉਹ ਪਿੰਡ ਦਾ ਕੋਈ ਆੜਤੀਆ ਬੋਲਦਾ ਸੀ ਉੱਤੇ ਅਟੈਕ ਕਰ ਦੋ ਜੀ, ਕੋਈ ਥੋੜਾ ਜਿਹਾ ਇੱਧਰ ਬੋਲਦਾ ਜੀ ਉਹਨੂੰ ਫੜ ਲਓ ਜੀ। ਪੋਲੀਟੀਸ਼ੀਅਨ ਨੂੰ ਤਾਂ ਛੱਡਦੇ ਹੀ ਨਹੀਂ, 2 ਮਿੰਟ ਬਾਅਦ ਸਾਡੇ ਵਰਗਾ ਵੀ ਕੋਈ ਬੋਲ ਪੈਂਦਾ ਉਹਦੇ ਮਗਰ ਪੈ ਜਾਂਦੇ ਸੀਗੇ ਜੀ। ਡਰਾਉਣ ਤੇ ਦਬਕਾਉਣ ਵਾਲੀ ਜਿਹੜੀ ਨੀਤੀ ਆ ਇਹ ਭਵਿੱਖ ਦੇ ਵਿੱਚ ਬੀਜੇਪੀ ਲਈ ਨੁਕਸਾਨਦੇਹ ਹੋਏਗੀ ਜਾਂ ਨਹੀਂ? ਕੋਈ ਇਹਨਾਂ ਵਾਸਤੇ ਨੁਕਸਾਨਦੇਹ ਹੋਏ ਨਾ ਹੋਏ, ਦੇਸ਼ ਵਾਸਤੇ ਨੁਕਸਾਨਦੇਹ। ਬੀਜੇਪੀ ਵਾਲੇ ਹੋ ਗਏ ਇਹ ਜਦੋਂ ਬੀਜੇਪੀ, ਹੁਣ ਦੇਖੋ ਗੱਲ ਵੱਧ ਗਈ, ਹੁਣ ਸਰਕਾਰ ਕਹਿੰਦਾ ਬੀਜੇਪੀ ਦਾ ਨਾ ਕਹੀਏ ਆਪਾਂ ਸਰਕਾਰ ਕਹੀਏ। ਸਰਕਾਰ ਦੇ ਬਾਰੇ ਇੱਕ ਸ਼ਬਦ ਤੁਸੀਂ ਬੋਲ ਦਿਓ ਜੀ ਉਹ ਚੱਕ ਕੇ ਤੁਹਾਡੇ ਦਾ ਦੇਸ਼ ਦਰੋਹ ਦਾ ਲਾ ਦਿੰਦੇ ਆ, ਜਾਂ ਈਡੀ ਦੀ ਰੇਡ ਪਵਾ ਦਿੰਦੇ ਹੈਗੇ ਜੀ, ਤੇ ਜਾਂ ਇਨਕਮ ਟੈਕਸ ਦਾ ਕਰ ਦਿੰਦੇ ਹੈਗੇ। ਪ੍ਰੋਗਰਾਮ 1 to 1 ਵਿੱਚ ਮੈਂ ਦਰਸ਼ਨ ਸਿੰਘ ਖੋਖਰ ਤੁਹਾਡਾ ਸਵਾਗਤ ਕਰਦਾ ਹਾਂ। ਅੱਜ ਅਸੀਂ ਗੱਲ ਕਰਾਂਗੇ ਕੇਂਦਰ ਸਰਕਾਰ ਦੇ ਰਵੱਈਏ ਦੀ। 2 ਰਵੱਈਏ ਸਾਹਮਣੇ ਆ ਰਹੇ ਨੇ, ਇੱਕ ਫਾਸ਼ੀਵਾਦ ਨੂੰ ਬਹੁਤਾਤ ਦੇਣ ਵਾਲਾ, ਬੜਾਵਾ ਦੇਣ ਵਾਲਾ, ਦੂਸਰਾ ਲੋਕਾਂ 'ਤੇ ਮਹਿੰਗਾਈ ਦੀ ਜੋ ਮਾਰ ਬਾਰ-ਬਾਰ ਪਾਈ ਜਾ ਰਹੀ ਹੈ ਉਹ ਮਾਮਲਾ। ਸਾਡੇ ਨਾਲ ਨੇ ਪੰਜਾਬੀ ਚਿੰਤਕ ਡਾਕਟਰ ਈਸ਼ਵਰਦਾਸ ਸਿੰਘ ਸਿੱਧੂ। ਇਹਨਾਂ ਕੋਲ ਅੰਕੜੇ ਨੇ, ਅੰਕੜਿਆਂ ਦੀ ਜੋ ਖੇਡ ਹੈ ਉਹ ਕੇਂਦਰ ਸਰਕਾਰ 'ਤੇ ਆਉਣ ਵਾਲੇ ਸਮੇਂ 'ਚ ਭਾਰੀ ਵੀ ਪੈ ਸਕਦੀ ਆ। ਸੋ ਗੱਲ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਕਿਸ ਤਰ੍ਹਾਂ ਜਿਹੜਾ ਕੇਂਦਰ ਦਾ ਵਤੀਰਾ ਇੱਕਦਮ ਬਦਲ ਗਿਆ? ਜੋ ਲੋਕ ਹਿੱਤੂ ਸਰਕਾਰ ਕਹਾਉਂਦੀ ਸੀ ਆਪਣੇ ਆਪ ਨੂੰ, ਹੁਣ ਲੋਕਾਂ 'ਤੇ ਮਹਿੰਗਾਈ ਦੀ ਮਾਰ ਪਾ ਰਹੀ ਆ, ਤਰ੍ਹਾਂ ਦੇ ਕਾਨੂੰਨ ਲਿਆਂਦੇ ਜਾ ਰਹੇ ਨੇ, ਨਿੱਜੀਕਰਨ ਕੀਤਾ ਜਾ ਰਿਹਾ। ਜਿਸ ਤਰ੍ਹਾਂ ਐਂ ਲੱਗਦਾ ਕਿ ਬੀਜੇਪੀ ਦੀ ਸਰਕਾਰ ਨੂੰ ਲੋਕਾਂ ਦੀ ਕੋਈ ਪਰਵਾਹ ਹੀ ਨਹੀਂ। ਕਿਸ ਨਜ਼ਰ ਨਾਲ ਦੇਖਦੇ ਹੋ ਇਸ ਵਰਤਾਰੇ ਨੂੰ? ਦੇਖੋ ਜੀ, ਫਰਕ ਤਾਂ ਬਹੁਤ ਪੈ ਗਿਆ। ਤੁਸੀਂ ਸਾਰੇ ਪਾਸੇ ਦੇਖ ਰਹੇ ਹੋ ਕਿ ਵੀ ਨਿੱਜੀਕਰਨ ਦਾ ਹੁਣ ਬੈਂਕ ਦੀ ਸਟ੍ਰਾਈਕ ਹੋਈ ਹੈ, 10 ਲੱਖ ਬੰਦੇ ਸਟ੍ਰਾਈਕ ਕਰ ਰਹੇ ਹੈਗੇ ਆ ਕਿ ਵੀ ਉਹਨਾਂ ਨੂੰ ਨਿੱਜੀਕਰਨ ਕਰਨ ਨੂੰ ਕਰਦੇ ਹੈਗੇ ਜਾਂ ਕਮਜ਼ੋਰ ਹੋ ਗਏ। ਹਰ ਚੀਜ਼ ਜਿਵੇਂ ਪਤਾ ਹੀ ਆਪਾਂ ਨੂੰ, ਬੰਦਰਗਾਹ ਹੋ ਗਈ, ਹਵਾਈ ਜਹਾਜ਼ ਹੋ ਗਏ, ਬਿਜਲੀ ਦਾ ਤਾਂ ਪਹਿਲਾਂ ਹੀ ਕਰ ਚੁੱਕੇ ਹੈਗਾ, BSNL ਨੂੰ ਤਾਂ ਬਿਲਕੁਲ ਖ਼ਤਮ ਕਰ ਚੁੱਕੇ ਹੈਗੇ ਆ। ਅਤੇ ਹਰ ਚੀਜ਼ 'ਚ ਮਤਲਬ ਇੱਕ ਤਰ੍ਹਾਂ ਦੀ ਉਹ ਇੰਟਰਫੇਰੈਂਸ ਕਰਾ ਕੇ ਵੇਚੀ ਜਾਂਦੇ ਹੈਗੇ ਆ। ਇਹ ਹੁਣ ਐਂ ਲੱਗਦਾ ਜਿਵੇਂ ਕਿਸਾਨਾਂ ਵਾਲੇ ਵੀ ਬਿੱਲ ਕੀਤੇ ਉਹ ਬਣੀਆਂ ਬਿੱਲ ਹੈ, ਆਹੀ ਇਹ ਬਣੀਆਂ ਜਨਤਾ ਪਾਰਟੀ ਲੱਗਣ ਲੱਗ ਗਈ, ਅਤੇ ਖਾਸ ਕਰ ਪੰਜਾਬ 'ਚ ਤਾਂ। ਅਤੇ ਇਹਨਾਂ ਨੇ ਹੁਣ ਆਪਾਂ ਨੂੰ ਸਮਝ ਨਹੀਂ ਆਉਂਦੀ। ਦੇਖੋ ਜੀ, ਆਪਾਂ ਨੂੰ ਇਹ 80-85 ਮੇਰੇ ਖਿਆਲ 'ਚ ਆਪਾਂ ਨੂੰ ਪੈਂਦਾ ਡੀਜ਼ਲ, 90-95 ਪੈਣ ਲੱਗ ਗਿਆ ਪੈਟਰੋਲ। ਜਿਹੜੇ ਲੋਕ ਕਿਸੇ ਨੇ RTI ਪਾਈ ਹੈ, ਕੋਈ ਮਿਸਟਰ ਸਬਰਵਾਲ ਹੈਗੇ ਮੇਰੇ ਖਿਆਲ ਲੁਧਿਆਣੇ ਦੇ ਸ਼ਾਇਦ, ਉਹਨਾਂ ਨੇ ਪਾਈ ਸੀ ਪਹਿਲੇ 2017 'ਚ ਕਿ ਜੀ ਇਹ ਦੱਸੋ ਸਾਨੂੰ, RTI ਪਾਈ ਕਿ ਵੀ ਤੁਸੀਂ ਇਹ ਦੱਸੋ ਕਿ ਤੁਸੀਂ ਕਿੰਨੀਆਂ ਕੰਟਰੀ ਨੂੰ ਐਕਸਪੋਰਟ ਕਰਦੇ ਹੋ। ਕਰੂਡ ਆਇਲ ਲੈਂਦੇ ਆਪਾਂ, ਅੱਗੇ ਜਾ ਕੇ ਐਕਸਪੋਰਟ ਕਰਦੇ ਆਪਾਂ। ਤਾਂ ਉਹਨਾਂ ਨੇ ਪਹਿਲੇ ਇਨਕਾਰ ਕਰਤਾ, ਕਹਿੰਦੇ ਜੀ ਇਹ ਤਾਂ ਮਤਲਬ ਸਾਡੀ ਟ੍ਰੇਡ ਸੀਕਰੇਟ ਹੈ ਇੰਡੀਆ ਦੀ। ਇਹਨਾਂ ਚੀਫ ਇਲੈਕਸ਼ਨ ਇਨਫੋਰਮੇਸ਼ਨ ਉੱਥੇ ਕਮਿਸ਼ਨ 'ਚ ਉੱਥੇ ਪਾਤੀ। ਉਹਨਾਂ ਨੇ ਇਹਨਾਂ ਦੇ ਹੱਕ 'ਚ ਡਿਕਲੇਅਰ ਕਰਤੀ ਕਿ ਇਹ ਕੋਈ ਟ੍ਰੇਡ ਸੀਕਰੇਟ ਨਹੀਂ ਹੈ, ਤੁਹਾਨੂੰ ਇਨਫੋਰਮੇਸ਼ਨ ਦਿਓ। ਇਨਫੋਰਮੇਸ਼ਨ ਜਿਹੜੀ ਮਿਲੀ ਹੈ ਬੜੀ ਇੰਟਰਸਟਿੰਗ ਹੈਗੀ ਹੈ। ਤੁਸੀਂ ਦੇਖੋ, ਆਪਾਂ ਨੂੰ ਇੰਨਾ ਮਹਿੰਗਾ ਪੈ ਰਿਹਾ ਪੈਟਰੋਲ ਤੇ ਡੀਜ਼ਲ, ਕਿਸਾਨ ਵੀ ਮਾਰੇ ਜਾ ਰਹੇ, ਸਾਰਾ ਉਹ ਯੂਜ਼ ਕਰਦੇ, ਆਪਾਂ ਹਰ ਬੰਦਾ ਯੂਜ਼ ਕਰਦਾ ਜੀ, ਆਪਾਂ ਆਮ ਬੰਦੇ, ਤੁਸੀਂ ਵੀ ਕਰਦੇ ਹੋ। ਆਹ ਵੇਖੋ ਜੀ, ਇਹਨਾਂ ਦਾ ਆંકੜਾ ਕੀ ਹੈ। ਇਹ ਹੈਗਾ ਕਿ ਇੰਡੀਆ ਇੰਪੋਰਟਸ 80% ਆਫ ਇਟਸ ਕਰੂਡ ਆਇਲ, 80% ਆਪਾਂ ਇੰਪੋਰਟ ਕਰਦੇ ਹਾਂ। ਹਾਂਜੀ, ਐਕਸਪੋਰਟ ਪਰ 29 ਨੇਸ਼ਨਸ ਨੂੰ ਕਰਦੇ ਹਾਂ। ਹੁਣ ਇਹ ਸੋਚੋ ਜੀ, ਆਪਾਂ ਨੂੰ ਪੈ ਰਿਹਾ 80-85 ਡੀਜ਼ਲ, 90-95 ਪੈ ਰਿਹਾ ਪੈਟਰੋਲ। ਅਤੇ ਡੀਜ਼ਲ ਇਹ ਕੀ ਹੈ, ਦੇਖੋ ਆਪਣਾ ਦੁਸ਼ਮਣ ਦੇਸ਼ ਹੈ। ਚਾਈਨਾ ਨੂੰ ਇਹ 10.94 10 ਰੁਪਏ 94 ਪੈਸੇ 'ਤੇ ਵੇਚ ਰਹੇ ਹੈਗੇ, ਬਿਲਕੁਲ ਹੀ ਇਹਨਾਂ ਸਬਸਿਡਾਈਜ਼ਡ। ਬੈਲਜੀਅਮ ਨੂੰ 10 ਰੁਪਏ 75 ਪੈਸੇ। ਠੀਕ ਹੈ ਜੀ। ਨਹੀਂ, ਪਰ ਉਹ ਤਾਂ ਜਿਹੜੀ ਕੌਮਾਂਤਰੀ ਜਿਹੜਾ ਮੰਡੀ ਆ ਉਹਦਾ ਜੋ ਰੇਟ ਆ ਉਹਦੇ ਮੁਤਾਬਕ ਵੇਚਦੇ ਹੋਣੇ, ਪਰ ਪੰਜਾਬ ਤੇ ਇੰਡੀਆ ਦੇ ਵਿੱਚ ਤਾਂ ਜਿਹੜੇ ਸਰਕਾਰਾਂ ਟੈਕਸ ਲਾਉਂਦੀਆਂ ਨੇ ਉਹਦੇ ਕਾਰਨ ਰੇਟ ਵਧਿਆ ਹੋਇਆ। ਨਾ ਜੀ, ਉਹ ਤਾਂ ਚਲੋ ਠੀਕ ਹੈ ਤੁਹਾਡੀ ਗੱਲ ਕਿ ਵੀ ਇਹਨਾਂ ਫालतू ਚਿਪ ਹੈ, ਆਪਾਂ ਆਪਣੇ 'ਤੇ ਬੋਝ ਪਾ ਰਹੇ ਆ। ਇਹ ਸੋਚੋ ਕਿ ਐਕਸਪੋਰਟ ਕਿੰਨੇ 'ਤੇ ਕਰ ਰਹੇ ਹੈਗੇ। ਐਕਸਪੋਰਟ ਜਦੋਂ ਇੰਨੇ ਤੁਸੀਂ ਚੀਪ ਕਿਵੇਂ ਕਰ ਸਕਦੇ ਹੋ? UAE ਨੂੰ ਇਹ ਦੇ ਰਹੇ ਹੈਗੇ ਪੈਟਰੋਲ 6 ਰੁਪਏ 15 ਪੈਸੇ, ਕਿਵੇਂ ਦੇ ਸਕਦੇ ਆ ਜੀ? ਅੱਛਾ, ਨੀਦਰਲੈਂਡ ਨੂੰ 12 ਰੁਪਏ 34 ਪੈਸੇ ਦੇ ਹਿਸਾਬ 'ਚ, ਬੰਗਲਾਦੇਸ਼ ਨੂੰ 12 ਰੁਪਏ 14 ਪੈਸੇ, ਤੁਰਕੀ ਨੂੰ 22 ਰੁਪਏ 22 ਪੈਸੇ। ਹਾਂਜੀ, ਪੈਟਰੋਲ ਇਹ ਕਿਹਨੂੰ ਵੇਚਿਆ?
ਇੱਥੇ ਕਲੀਅਰ ਨਹੀਂ ਆ ਰਿਹਾ ਹੈਗਾ। ਇਹ ਇਹਨਾਂ ਨੇ ਇਨਫੋਰਮੇਸ਼ਨ ਲਿੱਤੀ ਸੀਗੀ ਜੀ 30/10/2020 ਦੀ, ਤੇ ਯਾਨੀ ਕਿ ਇਹ ਇੱਥੇ ਇੰਨਾ ਸਸਤਾ ਦੇ ਰਹੇ। ਇੰਡੀਆ ਦੇ ਵਿੱਚ 10 ਗੁਣਾ ਰੇਟ ਵੱਧ, ਹਾਂਜੀ ਹਾਂਜੀ, ਬਾਹਰ ਜੋ ਭੇਜਣਾ ਉਹ ਬਹੁਤ ਘੱਟ। ਇਹ 6 ਰੁਪਏ ਤੋਂ ਲੈ ਕੇ 10 12 20 25 ਆਪਣੇ ਤੇ ਪੂਰਾ ਬੋਝ ਪਾਈ ਜਾਂਦੇ ਆ। ਇਹ ਕਿਹੜੀ ਨੀਤੀ ਹੋਈ ਹੈ? ਕਿਵੇਂ ਪਾ ਸਕਦੇ ਹੋ ਤੁਸੀਂ? ਕਿਉਂ ਪਾ ਰਹੇ ਹੋ? ਚਲੋ ਮੰਨਿਆ ਕਿ ਜੀ ਤੁਸੀਂ ਕਹਿ ਸਕਦੇ ਹੋ ਯੂਏ ਨੂੰ 6 ਰੁਪਏ 'ਚ ਤਾਂ ਦਿੱਤੀ ਹੈ ਕਿ ਅਸੀਂ ਜੀ ਇਸਲਾਮਿਕ ਕੰਟਰੀ ਆ, ਅਸੀਂ ਸੈਟਿੰਗ ਕਰਨੀ ਆ ਆਪਦੀ। ਉਹ ਸਾਡੇ ਤੇ ਤਾਂ ਨਹੀਂ ਬੋਝ ਪਾਉਣਾ ਜੀ। ਹਰ ਗਰੀਬ ਬੰਦਾ ਕੀ ਅਮੀਰ ਬੰਦਾ ਸਭ ਤੇ ਬੋਝ ਪੈ ਰਿਹਾ, ਖਾਸ ਕਰ ਕਿਸਾਨਾਂ ਤੇ ਤਾਂ ਬਹੁਤ ਪੈ ਰਿਹਾ ਹੈਗਾ। ਉਹ ਵੈਸੇ ਹੀ ਦੁਖੀ ਫਿਰਦੇ ਆਪਣੇ, ਜਿਹੜੇ ਕੋਈ ਆਮ ਬਿਜ਼ਨਸਮੈਨ ਹੋਵੇ, ਤੁਸੀਂ ਆਮ ਸੈਲਰੀਡ ਪਰਸਨ ਹੋਵੇ, ਹਰ ਬੰਦੇ ਤੇ ਇੰਨਾ ਬੋਝ ਪਾ ਕੇ ਤੁਸੀਂ 10 ਗੁਣਾ ਪਾਈ ਜਾਂਦੇ ਹੋ। ਉੱਥੇ ਸਸਤਾ ਕਿਵੇਂ ਦੇ ਰਹੇ ਹੋ? ਕਿਉਂ ਦੇ ਰਹੇ ਹੋ? ਪਹਿਲੀ ਗੱਲ ਤਾਂ ਕਿਉਂ ਦੇ ਰਹੇ ਹੋ? ਪਹਿਲਾਂ ਤਾਂ ਮੰਨਦੇ ਨਹੀਂ ਸੀ, ਦਿੰਦੇ ਨਹੀਂ ਸੀ ਜੀ ਆਰਟੀਆਈ 'ਚ। ਹੁਣ ਉਹਨੇ ਪੀਤਾ, ਕਹਿੰਦਾ ਜੀ ਮੈਨੂੰ ਉਹਨੇ ਆਪਦਾ ਨੰਬਰ ਪਾ ਰੱਖਿਆ ਜੀ ਸਬਰ ਵਾਲਾ ਕਰਕੇ, ਕਹਿੰਦਾ ਮੇਰਾ ਨੰਬਰ ਫੜੋ, ਮੇਰੇ ਤੋਂ ਕਾਗਜ਼ ਮੰਗਾ ਲਓ, ਮੈਂ ਤੁਹਾਨੂੰ ਸਾਰੇ ਕਾਗਜ਼ ਭੇਜ ਦੇਣੇ। ਇਹਨਾਂ 2020 'ਚ ਲਿੱਤਾ ਇਹ। ਤੇ ਕਹਿਣ ਦਾ ਮਤਲਬ ਹਰ ਥਾਂ 'ਤੇ ਇਹ ਮਾਰੂ ਨੀਤੀ ਹੋ ਰਹੀ ਹੈ। ਤੇ ਇਹ ਜਦੋਂ ਬੋਝ ਇੰਨਾ ਪਾਉਂਦੇ ਆ ਤਾਂ ਆਪਣੇ ਤੋਂ ਲੈ ਰਿਹਾ, ਸਟੇਟ ਗਵਰਨਮੈਂਟ ਵੀ ਨਹੀਂ ਛੱਡਦੀ। ਦੂਸਰਾ ਮੁੱਦਾ ਜਿਹੜਾ ਫਾਸ਼ੀਵਾਦ ਵਾਲਾ ਤੁਸੀਂ ਕਹਿ ਰਹੇ ਹੋ ਡਾਕਟਰ ਸਾਹਿਬ, ਇੱਕ ਧਰਮ ਨੂੰ ਜ਼ਿਆਦਾ ਮਤਲਬ ਧਿਆਨ ਦਿੱਤਾ ਜਾ ਰਿਹਾ। ਇੱਕ ਪਾਸੇ ਜਿਹੜੀ ਹੁੰਦੀ ਹੈ ਸਰਕਾਰ ਨਿਰਪੱਖਤਾ ਵਾਲੀ ਹੁੰਦੀ ਹੈ, ਸਾਰੇ ਧਰਮ ਦਾ ਸਤਿਕਾਰ, ਸੰਵਿਧਾਨ ਮੁਤਾਬਕ ਵੀ ਇੱਥੇ ਸਾਰਿਆਂ ਦਾ ਸਤਿਕਾਰ ਬਣਦਾ, ਪਰ ਇੱਕ ਪਾਸੇ ਉਲਾਰ ਕਿਉਂ ਹੋ ਰਹੀ ਹੈ ਜਿਹੜੀ ਮੋਦੀ ਸਰਕਾਰ? ਦੇਖੋ ਜੀ, ਇਹ ਤਾਂ ਐਂ ਲੱਗਦਾ ਜਿਵੇਂ ਦੇਖੋ ਇੱਕ ਨਾ ਕੋਈ ਜਿਹੜੇ ਫਾਸੀਵਾਦ ਵਾਲੇ ਜਾਂ ਡਿਕਟੇਟਰਸ਼ਿਪ ਵਾਲੇ ਜਿਹੜੇ ਬੰਦੇ ਹੁੰਦੇ, ਉਹ ਹਰ ਥਾਂ ਤੋਂ ਚਿੜਚਿੜੇ ਜਿਹੇ ਹੋ ਜਾਂਦੇ ਕਿ ਤੁਸੀਂ ਥੋੜ੍ਹਾ ਜਿਹਾ ਓਪੋਜੀਸ਼ਨ ਕਰੋ ਇਹਨਾਂ ਦੀ, ਤਾਂ ਮਿੰਟ 'ਚ ਤੁਹਾਨੂੰ ਫੜਨ ਲੱਗਦੇ। ਆਰਤੀਆ ਬੋਲਾ ਉਹਦੇ ਮਗਰ, ਉਹ ਚਾਰੀ ਕੁੜੀ ਬੋਲੀ ਦਿਸ਼ਾ ਰਵੀ, ਮੇਰੇ ਖਿਆਲ 18-20 ਸਾਲ ਦੀਆਂ, 22 ਸਾਲ ਦੀ ਹੈ, ਕਿੰਨੇ ਦੀ ਵੀ ਹੈਗੀ ਹੈ, ਉਹਦੇ ਫੜ ਕੇ ਉਹਨੂੰ ਅੰਦਰ ਕਰਤਾ ਜੀ। ਇੱਕ ਨਵਨੀਤ ਕੌਰ ਹੈ, ਉਹਨੂੰ ਫੜ ਕੇ ਅੰਦਰ ਕਰਤਾ ਕਿ ਤੂੰ ਕਿਸਾਨਾਂ ਦੇ ਹੱਕ 'ਚ ਬੋਲੀ ਹੈ। ਤੀਜਾ ਉਹ ਕੋਈ ਆਪਣੀ ਥਨਬਰਗ ਹੈਗੀ ਜਿਹੜੀ, ਗ੍ਰੇਟਾ ਥਨਬਰਗ, ਹਾਂਜੀ ਹਾਂਜੀ। ਉਹ ਕਹਿਣ ਦਾ ਮਤਲਬ ਹੈ ਕਿ ਹੁਣ ਕੋਈ ਵੀ ਬੋਲਦਾ, ਆ ਦੇਖੋ ਖਹਿਰੇ ਤੇ ਰੇਡ ਪਾਤੀ, ਬੋਲਿਆ ਥੋੜ੍ਹਾ ਜਿਹਾ ਚੱਕ ਕੇ, ਤੂੰ ਕਹਿੰਦਾ ਬੋਲ ਸੀ। ਇਹ ਜੀ ਸਾਇੰਸ ਹੈਗੇ ਹੈ ਕਿ ਵੀ ਤੁਸੀਂ ਇਨਟੋਲਰੈਂਟ ਹੋ ਰਹੇ ਹੋ, ਤੁਹਾਡੇ ਤੋਂ ਹਜ਼ਮ ਹੀ ਨਹੀਂ ਹੋ ਰਿਹਾ ਕ੍ਰਿਟਿਸਿਜ਼ਮ। ਇਹ ਸੁਪਰੀਮ ਕੋਰਟ ਨੇ ਵੀ ਜਜਮੈਂਟ ਦਿੱਤੀ ਹੈ ਕਿ ਭਾਈ ਤੁਸੀਂ ਦੇਸ਼ ਦਰੋਹ ਦਾ ਮੁਕੱਦਮਾ ਪਾ ਦਿੰਦੇ 2 ਮਿੰਟ 'ਚ ਸਾਰਿਆਂ 'ਤੇ। ਉਹ ਦੇਸ਼ ਦਰੋਹ ਜਜਮੈਂਟ ਆਈ ਹੈ ਜੀ ਸੁਪਰੀਮ ਕੋਰਟ ਦੀ ਕਿ ਭਾਈ ਸਰਕਾਰ ਦੀ ਖਿਲਾਫਤ ਕਰਨਾ ਜਾਂ ਸਰਕਾਰ ਦੇ ਖਿਲਾਫ ਬੋਲਣਾ ਇਹ ਦੇਸ਼ ਦਰੋਹ ਨਹੀਂ ਹੈ, ਤੁਸੀਂ ਐਵੇਂ ਕਰੀ ਜਾਂਦੇ ਹੋ। ਇਹਨਾਂ 2% ਤੇ ਮਸਾਂ ਜਾ ਕੇ ਜਿਹੜੀ ਅੰਕੜੇ ਦੇ ਹਿਸਾਬ 'ਚ ਜੀ ਉਹ ਤੁਸੀਂ ਸਾਬਤ ਕਰਨ ਜੋਗੇ ਕਿ ਕੇਸ ਕਰਨ ਜੋਗੇ ਹੁੰਦੇ ਹੋ, ਬਾਕੀ ਸਾਰੇ ਮਤਲਬ ਤੁਸੀਂ ਕੇਸ ਹੀ ਨਹੀਂ ਬਣਦਾ ਜੀ ਇਹਨਾਂ ਦਾ। ਤੇ ਇਸ ਕਰਕੇ ਹਰ ਚੀਜ਼ 'ਤੇ ਦੇਖੋ, ਜਿਵੇਂ ਉਹ ਮੇਰੇ ਖਿਆਲ ਰਾਹੁਲ ਗਾਂਧੀ ਬੋਲ ਪਿਆ, ਉਹ ਕਹਿੰਦਾ ਜੀ ਐਂ ਤਾਂ ਫਿਰ ਕਹਿੰਦਾ ਇਲੈਕਸ਼ਨ ਤਾਂ ਉਹ ਵੀ ਕਰਾਉਂਦੇ ਸੀਗੇ ਗਦਾਫੀ ਤੇ ਉਹ ਦੂਜਾ ਕਿਹੜਾ ਸੀਗਾ ਸਦਾਮ ਹੁਸੈਨ। ਤੇ ਐਵੇਂ ਜਿੱਤ ਕੇ ਹੁਣ ਦੇਖੋ ਤੁਸੀਂ ਜਿਹੜੀ ਫਾਸੀਵਾਦ ਵਾਲੀ ਗੱਲ ਆ ਰਹੀ ਹੈਗੀ ਹੈ, ਇਹ ਆਪਣੇ ਫਰੀडम ਇੰਡੈਕਸ ਹੈਗੀ ਹੈ, ਆਰਗੇਨਾਈਜੇਸ਼ਨ, ਇਹਨਾਂ ਨੇ ਫਰੀडम ਹਾਊਸ, ਇਹ ਹੈਗੀ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ ਹੈਗੀ ਪਾਰਟੀ, ਇਹਨਾਂ ਨੇ ਇੰਡੀਆ ਨੂੰ ਪਾਰਸ਼ਲੀ ਫ੍ਰੀ ਡਿਕਲੇਅਰ ਕਰਤਾ ਕਿ ਤੁਸੀਂ ਜੀ ਪੂਰੇ ਫ੍ਰੀ ਨਹੀਂ ਹੋ, ਕਿਉਂਕਿ ਸਰਕਾਰ ਇਸ ਤਰ੍ਹਾਂ ਦੀ ਗਲਤ ਕਰ ਰਹੀ ਹੈ, ਫਾਸੀਵਾਦ ਵਾਲੀ ਨੀਤੀਆਂ ਕਰ ਰਹੀ ਹੈਗੀ ਹੈ। ਸਭ ਨਾਲੋਂ ਖਤਰਨਾਕ ਹੈਗੀ ਸਵੀਡਨ ਦੀ ਇੰਸਟੀਚਿਊਟ ਹੈਗੀ ਇੱਕ ਰਿਸਰਚ ਇੰਸਟੀਚਿਊਟ, ਉਹਨਾਂ ਨੇ ਕੀ ਸ਼ਬਦ ਕੀਤਾ, ਬਹੁਤ ਨੋਟ ਕਰਨ ਵਾਲੀ ਗੱਲ ਹੈਗੀ ਹੈ। ਕਹਿੰਦਾ ਇਟ ਇਜ਼ ਅ ਇਲੈਕਟਰਲ ਆਟੋਕ੍ਰੇਸੀ, ਵਿਚ ਮੀਨਸ ਇਲੈਕਟਰਲ ਕੀ ਇਲੈਕਸ਼ਨ ਤੁਸੀਂ ਜੋ ਜਿੱਤ ਜਾਂਦੇ ਆ ਤਾਂ ਫਿਰ ਤੁਸੀਂ ਉਸ ਦੇ ਦਬਦਬੇ ਨਾਲ ਤੁਸੀਂ ਤਾਨਾਸ਼ਾਹੀ ਕਰ ਰਹੇ ਹੋ। ਇਲੈਕਸ਼ਨ ਜਿੱਤ ਕੇ ਤਾਨਾਸ਼ਾਹੀ ਕਰਨੀ ਜਾਂ ਇਹ ਇਸ਼ਾਰਾ ਹੋ ਸਕਦਾ ਹੈ ਜੇ ਬਹੁਮਤ ਮਿਲ ਜਾਵੇ ਉਹਦਾ ਆਪਣੇ ਮਨ ਤੇ ਐ ਕਰ ਲੈਣਾ, ਇੱਕ ਹੰਕਾਰ ਚੜ ਜਾਂਦਾ ਬੰਦੇ ਨੂੰ, ਉਹ ਵੀ ਹੈ ਨਹੀਂ ਉਹੀ ਕਿ ਇਲੈਕਟਰਲ ਆਟੋਕ੍ਰੇਸੀ ਜਦੋਂ ਕਹਿ ਰਹੇ ਹੈਗੇ, ਆਟੋਕ੍ਰੇਸੀ ਹੁੰਦੀ ਹੈ ਜੀ ਡਿਕਟੇਟਰਸ਼ਿਪ ਦੀ ਇੱਕ ਵਿਆਖਿਆ ਹੀ ਹੈ, ਡਿਕਟੇਟਰਸ਼ਿਪ ਹੀ ਹੈਗੀ ਹੈ ਕਿ ਤੁਸੀਂ ਥੋੜ੍ਹਾ ਜਿਹਾ ਨੰਬਰ ਜ਼ਿਆਦਾ ਲੈ ਲਏ ਤਾਂ ਤੁਸੀਂ ਮੁੜ ਕੇ ਡਿਕਟੇਟਰ ਬਣ ਗਏ। ਉਹਨਾਂ ਨੇ ਬੜੀ ਕੰਡੈਮਿੰਗ ਸਟੇਟਮੈਂਟ ਹੈਗੀ ਹੈ। ਇਹਦਾ ਮਤਲਬ ਇਹ ਵੀ ਕੁਛ ਹੈਗੀ, EVM ਤੇ ਵੀ ਆਉਂਦੀ ਹੈ ਉਹ ਗੱਲ, ਚਲੋ ਆਪਾਂ ਫੇਰ ਕਰ ਲਾਂਗੇ ਕਿ ਭਾਈ ਉਹਨਾਂ ਦਾ ਕਹਿਣ ਦਾ ਮਤਲਬ ਕਿ ਤੁਸੀਂ ਇੱਕ ਵਾਰੀ ਜਿੱਤ ਗਏ, ਹੁਣ ਜਿੱਤ ਗਏ ਤਾਂ ਤੁਸੀਂ ਸਾਰਿਆਂ ਦੇ ਪਿਓ ਬਣ ਗਏ, ਯਾਨੀ ਕਿ ਦੇ ਸਟਾਰਟ ਬਿਹੇਵਿੰਗ ਲਾਈਕ ਡਿਕਟੇਟਰਸ। ਛੋਟਾ ਕੋਈ ਵੀ ਬੰਦਾ ਬੋਲਦਾ ਉੱਥੇ, ਉਹ ਪਿੰਡ ਦਾ ਕੋਈ ਆੜਤੀਆ ਬੋਲਦਾ ਸੀ ਉੱਤੇ ਅਟੈਕ ਕਰ ਦਿਓ ਜੀ, ਕੋਈ ਥੋੜ੍ਹਾ ਜਿਹਾ ਇੱਧਰ ਬੋਲਿਆ ਜੀ ਉਹਨੂੰ ਫੜ ਲਓ ਜੀ। ਪੋਲੀਟੀਸ਼ੀਅਨ ਨੂੰ ਤਾਂ ਛੱਡਦੇ ਹੀ ਨਹੀਂ, 2 ਮਿੰਟ ਬਾਅਦ ਸਾਡੇ ਵਰਗਾ ਵੀ ਕੋਈ ਬੋਲ ਪੈਂਦਾ ਉਹਦੇ ਮਗਰ ਪੈ ਜਾਂਦੇ ਸੀਗੇ ਜੀ, ਹੁਣ ਕੱਲ੍ਹ ਤੁਹਾਡੇ ਦੇ ਮਗਰ ਪੈ ਜਾਣ। ਤੇ ਜਿਹੜਾ ਨੋਟਿਸ ਭੇਜੇ ਨੇ ਕਮਾਲ ਕਰਤੀ, ਇੱਕ ਤਾਂ ਬਜ਼ੁਰਗ ਦੀ ਡੈਥ ਹੋ ਚੁੱਕੀ ਹੈ, ਉਹਨੂੰ ਨੋਟਿਸ ਭੇਜਤਾ ਕਿਉਂਕਿ ਗੱਡੀਆਂ ਦੀ ਹੋ ਸਕਦਾ ਟਰੈਕਟਰ ਉਹਨਾਂ ਦੇ ਨਾਂ 'ਤੇ, ਬਜ਼ੁਰਗਾਂ ਦੇ ਨਾਂ 'ਤੇ। 2 ਬਜ਼ੁਰਗ ਐਵੇਂ ਦੇ ਨੇ, 90 ਸਾਲ ਉਮਰ ਹੈ, ਇੱਕ ਦੀ 85 ਸਾਲ, ਇੱਕ ਦੀ 90 ਸਾਲ, ਉਹਨਾਂ ਨੂੰ ਨੋਟਿਸ ਭੇਜ ਤੇ ਉਹ ਮੰਜੇ ਤੋਂ ਉੱਠ ਕੇ ਤੁਰ ਵੀ ਨਹੀਂ ਸਕਦੇ। ਇੱਦਾਂ ਇੱਕ ਡਰਾਉਣ ਤੇ ਦਬਕਾਉਣ ਵਾਲੀ ਜਿਹੜੀ ਨੀਤੀ ਆ, ਇਹ ਭਵਿੱਖ ਦੇ ਵਿੱਚ BJP ਲਈ ਨੁਕਸਾਨਦੇਹ ਹੋਏਗੀ ਜਾਂ ਨਹੀਂ, ਇਹਦੇ ਬਾਰੇ ਥੋੜ੍ਹਾ ਜਾਣਕਾਰੀ ਦਿਓ। ਦੇਖੋ ਜੀ, ਇਹਨਾਂ ਵਾਸਤੇ ਨੁਕਸਾਨਦੇਹ ਹੋਏ ਨਾ ਹੋਏ, ਦੇਸ਼ ਵਾਸਤੇ ਨੁਕਸਾਨਦੇਹ। ਹੁਣ ਮੈਨੂੰ ਇੱਕ
ਕਿਸੇ ਨੇ ਛੋਟੀ ਜੀ ਮੈਂ ਕਿਹਾ ਇੱਕ ਚੰਗੇ ਨਾਂ ਨਹੀਂ ਯਾਦ ਆ ਰਿਹਾ ਮੈਨੂੰ ਕਿਹੜੇ ਵਾਲੇ ਉਹ ਜਰਨਲਿਸਟ ਸੀਗੇ ਬੜੇ ਫੇਮਸ ਇੱਕ ਕੋਈ ਪੱਤਰਕਾਰ ਸੀਗੇ ਤੇ ਵੱਡੀ ਇੱਕ ਕਹਿੰਦੇ ਜਿਹੜੀ ਵੱਡੇ ਅਦਾਰੇ ਨਾਲ ਜੁੜੇ ਹੋਏ ਸੀਗੇ ਉਹਨਾਂ ਦਾ ਜੀ ਜਦੋਂ ਆਏ ਇਹ ਮੋਦੀ ਸਾਹਿਬ ਦੀ ਗੱਲ ਸੁਣਾਈ ਉਹਨਾਂ ਨੇ ਕਹਿੰਦਾ ਜੀ ਕਿ ਵੀ ਸਾਡਾ ਮੇਰਾ ਨਾਂ ਉਹਨਾਂ ਨੇ ਨੋਟ ਤੱਕ ਕਰ ਰੱਖਿਆ ਸੀ ਕਹਿੰਦਾ ਮੈਂ ਉਹਨਾਂ ਨੂੰ ਮਿਲਿਆ ਕਿ ਮੈਨੂੰ ਕਹਿੰਦਾ ਜੀ ਤੁਸੀਂ ਮਿਲ ਲਓ ਕਹਿੰਦਾ ਮੈਂ ਅੱਗੇ ਜਦੋਂ ਹੋਇਆ ਤਾਂ ਮੈਨੂੰ ਕਹਿੰਦਾ ਅੱਛਾ ਉਹ ਆਪ ਦੂਸਰੇ ਵਾਲੇ ਹੈ ਉਹ ਅੱਛਾ ਉਹ ਹੈ ਯਾਨੀ ਕਿ ਇੱਕ ਜਿਹੜਾ ਪਹਿਲੇ ਸੀ ਉਹ ਤਾਂ ਨੋਟਿਸ ਆ ਗਿਆ ਦੂਜਾ ਕਿ ਤੂੰ ਹੈ ਉਹੀ ਜਿਹੜੀ ਮੈਂ ਉਹਦੀ ਆਪੋਜੀਸ਼ਨ ਕਰਦਾ ਸੀ ਇੱਕ ਤਾਂ ਗੋਦੀ ਮੀਡੀਆ ਵਾਲਾ ਸੀ ਦੂਜਾ ਗੋਦੀ ਮੀਡੀਆ ਦੇ ਵਿਰੋਧੀ ਵਾਲਾ ਸੀਗਾ ਜਾਂ ਕਹਿ ਲਓ ਸਰਕਾਰ ਦੀਆਂ ਨੀਤੀਆਂ ਨੇ ਉਹਦਾ ਵਿਰੋਧ ਕਰਨ ਵਾਲਾ ਜਾਂ ਲੋਕਾਂ ਨੂੰ ਸਹੀ ਗੱਲ ਦੱਸਣ ਵਾਲਾ ਉਹ ਸੀ ਨਹੀਂ ਜੀ ਦੋ ਜਣੇ ਸੀਗੇ ਉਹ ਉਸੇ ਦੇ ਉਹਨੇ ਕਿਹਾ ਕਿ ਤੁਸੀਂ ਉਸ ਜਿਹੜੀ ਟੀਵੀ ਚੈਨਲ ਦੇ ਜਿਹੜੇ ਬੰਦੇ ਆ ਕਹਿੰਦੇ ਇੱਕ ਨੂੰ ਤਾਂ ਮਤਲਬ ਉਹ ਪਛਾਣ ਸੀ ਕਿ ਦੂਜੀ ਦੇਖਿਆ ਨਹੀਂ ਸੀ ਇਹਨਾਂ ਨੇ ਇਹ ਜਦੋਂ ਅੱਗੇ ਹੋਏ ਤਾਂ ਕਹਿੰਦਾ ਅੱਛਾ ਉਹ ਵਾਲੇ ਹੈ ਦੂਸਰੇ ਵਾਲੇ ਅੱਛਾ ਯਾਨੀ ਕਿ ਇੱਕ ਪ੍ਰਾਈਮ ਮਿਨਿਸਟਰ ਇੱਥੇ ਤੱਕ ਯਾਦ ਰੱਖ ਲੇ ਕਿ ਮੇਰੀ ਆਪੋਜੀਸ਼ਨ ਕਰਦੇ ਆਪੋਜੀਸ਼ਨ ਮਤਲਬ ਉਹ ਤਾਂ ਕ੍ਰਿਟੀਸਾਈਜ਼ ਕਰਦੇ ਹੋਣੇ ਜਾਂ ਜੋ ਵੀ ਕਰਦੇ ਹੋਣੇ ਤਾਂ ਉਹ ਮਤਲਬ ਉਹਨੇ ਨੋਟ ਕਰਕੇ ਸੁਣਾਈ ਤੇ ਇਹ ਚੀਜ਼ਾਂ ਜੀਆਂ ਕੋਈ ਠੀਕ ਰਿਫਲੈਕਟ ਨਹੀਂ ਕਰਦੀਆਂ ਐਡੇ ਸਾਰੇ ਵੱਡੇ ਵਿਅਕਤੀ ਨੂੰ ਐਡੇ ਸਾਰੇ ਅਹੁਦੇ ਤੇ ਬੈਠੇ ਨੂੰ ਇਹੋ ਜਿਹੀਆਂ ਚੀਜ਼ਾਂ ਯਾਦ ਰੱਖਣੀਆਂ ਕਿ ਤੂੰ ਮੇਰੀ ਆਪੋਜੀਸ਼ਨ ਕਰਦਾ ਸੋ ਉਵੇਂ ਹੁਣ ਬੀਜੇਪੀ ਵਾਲੇ ਹੋ ਗਏ ਇਹ ਜਦੋਂ ਬੀਜੇਪੀ ਹੁਣ ਦੇਖੋ ਗੱਲ ਵੱਧ ਗਈ ਹੁਣ ਸਰਕਾਰ ਕਹਿੰਦਾ ਬੀਜੇਪੀ ਦਾ ਨਾ ਕਹੀਏ ਆਪਾਂ ਸਰਕਾਰ ਕਹੀਏ ਸਰਕਾਰ ਦੇ ਬਾਰੇ ਇੱਕ ਸ਼ਬਦ ਤੁਸੀਂ ਬੋਲ ਦਿਓ ਜੀ ਉਹ ਚੱਕ ਕੇ ਤੁਹਾਡੇ ਤੇ ਦੇਸ਼ ਦਰੋਹ ਦਾ ਲਾ ਦਿੰਦੇ ਆ ਜਾਂ ਈਡੀ ਦੀ ਰੇਡ ਪਵਾ ਦਿੰਦੇ ਹੈਗੇ ਆ ਜੀ ਤੇ ਜਾਂ ਇਨਕਮ ਟੈਕਸ ਦਾ ਕਰ ਦਿੰਦੇ ਹੈਗੇ ਇਹ ਚੀਜ਼ਾਂ ਸਾਰੀਆਂ ਉਹ ਰਿਫਲੈਕਟ ਕਰਦੀਆਂ ਕਿ ਵੀ ਇਹ ਸਿਸਟਮ ਆਪਣਾ ਗਲਤ ਹੋ ਰਿਹਾ ਡੈਮੋਕ੍ਰੇਸੀ ਦੀ ਬਜਾਏ ਡਿਕਟੇਟਰਸ਼ਿਪ ਵੱਲ ਵੱਧ ਰਿਹਾ ਤੁਸੀਂ ਕਹਿ ਸਕਦੇ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਹਰਕਤਾਂ ਹੋਰ ਆਮ ਬੰਦੇ ਦੀ ਨਹੀਂ ਹੁੰਦੀਆਂ ਡੈਮੋਕ੍ਰੇਸੀ ਅਲਾਉਜ਼ ਯੂ ਟੂ ਟਾਕ ਜੋ ਮਰਜ਼ੀ ਬੋਲਣਾ ਤੇ ਬੋਲੀ ਜਾਓ ਜੀ ਉਹ ਇਹਨਾਂ ਨੂੰ ਐਂ ਲੱਗਦਾ ਹੈ ਪਤਾ ਨਹੀਂ ਮੇਰੇ ਤੇ ਪਰਸਨਲ ਅਟੈਕ ਕੀ ਮੇਰੇ ਤੇ ਕੀ ਤਲਵਾਰ ਲਾਤੀ ਪਤਾ ਨਹੀਂ ਕੀ ਕਰਤਾ ਇਹ ਇਹਨਾਂ ਨੂੰ ਟੋਲਰੈਂਸ ਚਲੀ ਗਈ ਉਹ ਜਦੋਂ ਟੋਲਰੈਂਸ ਚਲੀ ਜਾਂਦੀ ਹੁੰਦੀ ਹੈ ਫਿਰ ਆਪਾਂ ਉਹੋ ਜਿਹੇ ਸੋਚਾਂ 'ਚ ਪੈ ਜਾਂਦੇ ਆ ਕਿ ਆਪਾਂ ਦੂਜੇ ਨੂੰ ਮੰਨਦੇ ਹੀ ਨਹੀਂ ਜਿਵੇਂ ਕਿਸਾਨਾਂ ਦੀ ਨਹੀਂ ਮੰਨੀ ਜਾ ਰਹੀ ਹੁਣ ਆਪਾਂ ਲਵਾਂਗੇ ਛੋਟਾ ਜਿਹਾ ਬ੍ਰੇਕ ਸੋ ਇੱਕ ਬ੍ਰੇਕ ਲੈਂਦੇ ਹਾਂ ਉਸ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ ਕਿਸਾਨੀ ਅੰਦੋਲਨ ਦੀ ਵੀ ਗੱਲ ਕਰਾਂਗੇ ਪੰਜਾਬ ਦੀ ਪੋਲਿਟਿਕਸ 'ਤੇ ਵੀ ਅਸੀਂ ਸੂਈ ਧਰਾਂਗੇ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅਸੀਂ ਗੱਲ ਕਰ ਰਹੇ ਹਾਂ ਡਾਕਟਰ ਈਸ਼ਵਰਦਾਸ ਸਿੰਘ ਸਿੱਧੂ ਨਾਲ ਜੋ ਪੰਜਾਬੀ ਚਿੰਤਕ ਨੇ ਵੱਖ-ਵੱਖ ਮਾਮਲਿਆਂ ਤੇ ਤੇਜ਼ ਤਰਾਰ ਨਿਗਾਹ ਰੱਖਦੇ ਨੇ ਡਾਕਟਰ ਸਾਹਿਬ ਕੀ ਲੱਗਦਾ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਕੇਂਦਰ ਸਰਕਾਰ ਦੀਆਂ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਜਿੰਨੀ ਭੂਮਿਕਾ ਉਹਨਾਂ ਨੂੰ ਨਿਭਾਉਣੀ ਚਾਹੀਦੀ ਆ ਉਹ ਨਹੀਂ ਨਿਭਾ ਰਹੀਆਂ ਉਹਨਾਂ ਨੂੰ ਕੋਈ ਡਰ ਪੈ ਗਿਆ ਜਾਂ ਉਹਨਾਂ ਦਾ ਆਧਾਰ ਹੀ ਨਹੀਂ ਰਿਹਾ ਹੁਣ ਕਿੱਦਾਂ ਲੈਂਦੇ ਉਸ ਮਾਮਲੇ ਨੂੰ ਦੇਖੋ ਜੀ ਡਰ ਤਾਂ ਇਹ ਹਰ ਬੰਦੇ ਤੇ ਪਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਇੱਕ ਸੋਚੋ ਮੈਂ ਇਹ ਹੈਗੀ ਆਪਣੀ ਫੈਬਰਵਰੀ 2020 ਦੀ ਇਹ ਜਸਟਿਸ ਮਿਸ਼ਰਾ ਸੀਗੇ ਸੁਪਰੀਮ ਕੋਰਟ ਦੇ ਵਕੀਲ ਜੋ ਕਿ ਮੁੜ ਕੇ ਸੈਪਟੰਬਰ 'ਚ ਰਿਟਾਇਰ ਹੋ ਗਏ ਸੀ ਜੱਜ ਸੁਪਰੀਮ ਕੋਰਟ ਦੇ ਜੱਜ ਉਹਨਾਂ ਨੇ ਕੀ ਦੇਖੋ ਬੋਲ ਰਹੇ ਸੀ ਉਹ ਕਿੱਥੇ ਬੋਲ ਰਹੇ ਸੀ ਇੰਟਰਨੈਸ਼ਨਲ ਜੁਡੀਸ਼ੀਅਲ ਕਾਨਫਰੰਸ ਮੈਂ ਕਿਹਾ ਬੰਬੇ ਹੋਈ ਸੀ ਸ਼ਾਇਦ ਕੀ ਬੋਲਦੇ ਆ ਕਹਿੰਦਾ ਵੀ ਥੈਂਕ ਦ ਵਰਸਟਾਈਲ ਜੀਨੀਅਸ who think globally and acts locally ਸ਼੍ਰੀ ਨਰਿੰਦਰ ਮੋਦੀ ਇੰਨੀ ਚਮਚੀ ਮਾਰਿਆ ਕਿ ਬਈ ਦੇਖੋ ਇਹ ਐਡਾ ਸਾਰੇ ਜੀਨੀਅਸ ਬੰਦੇ ਜਿਹੜੇ ਕਿ ਜੀ ਉਹ ਵਿਸ਼ਾਲ ਸੋਚ ਰੱਖਦੇ ਹੈਗੇ ਆ ਪਰ ਲੋਕਲੀ ਕੰਮ ਲੋਕਲ ਕਰਦੇ ਯਾਨੀ ਕਿ ਜ਼ਮੀਨੀ ਕੰਮ ਕਰਦੇ ਹੈਗੇ ਆ ਇਹ ਇੱਕ ਜਸਟਿਸ ਬੋਲ ਰਿਹਾ ਜੋ ਕਿ ਸਰਵਿੰਗ ਸੀਗਾ ਜੀ ਸਰਵਿੰਗ ਜਸਟਿਸ ਆਫ ਸੁਪਰੀਮ ਕੋਰਟ ਇੱਕ ਜੱਜ ਸੁਪਰੀਮ ਕੋਰਟ ਦਾ ਬੋਲਦਾ ਹੋਵੇ ਉਵੇਂ ਇਹਨਾਂ ਦੀ ਹੋ ਜਾਂਦੀ ਹੈਗੀ ਹੈ ਜੀ ਕੀ ਕਹਿੰਦੇ ਹੁੰਦੇ ਪੋਲੀਟੀਸ਼ੀਅਨਸ ਦੀ ਕਿਸੇ ਨੇ ਦੇਖੋ ਜੀ ਕਿਸੇ ਨੇ ਜ਼ਮੀਨ ਦੱਬੀ ਹੁੰਦੀ ਹੈ ਆਪਾਂ ਗੱਲ ਵੀ ਕਰ ਰਹੇ ਸੀਗੇ ਕਿਸੇ ਦੇ ਕੋਈ ਜਾਣ ਪਛਾਣ ਦੇ ਵੀ ਹੈਗੇ ਆ ਕਿ ਇਹਨਾਂ ਨੇ ਕਿਸੇ ਨੇ ਜ਼ਮੀਨ ਦੱਬੀ ਹੁੰਦੀ ਹੈ ਜੀ ਕਿਸੇ ਨੇ ਕਿਸੇ ਦਾ ਕੋਈ ਹੋਰ ਟੇਢਾ ਮੇਢਾ ਜਾਂ ਕੋਈ ਕੇਸ ਚੱਲ ਰਿਹਾ ਹੁੰਦਾ ਉਹ ਮਿੰਟ 'ਚ ਪ੍ਰੈਸ਼ਰ ਪਾ ਦਿੰਦੇ ਆ ਪਰਚੇ ਖੋਲ੍ਹ ਦਿੰਦੇ ਹੈਗੇ ਆ ਅਤੇ ਚੁੱਪ ਕਰਕੇ ਬੰਦੇ ਬਹਿ ਜਾਂਦੇ ਉਹ ਮੇਰੇ ਖਿਆਲ 'ਚ ਇੱਕ ਅੱਧਾ ਉਹ ਨਾਂ ਭੁੱਲ ਗਿਆ ਉਹਦਾ ਜਿਹੜਾ ਤ੍ਰਿਣਮੂਲ ਕਾਂਗਰਸ ਸੀਗਾ ਉਹਨੂੰ ਤੰਗ ਕਰ ਲਿਆ ਮੈਂ ਕਿਹਾ ਡੈਰਿਕ ਓਬਰਾਏ ਸੀ ਕੌਣ ਸੀ ਜਿਹੜਾ ਵੀ ਸੀਗਾ ਉਹ ਮੁੜ ਕੇ ਉੱਧਰ ਉਹ ਕਹਿੰਦਾ ਯਾਰ ਮੇਰਾ ਖੜਾ ਛੱਡੋ ਕਿ ਜਿਹੜੇ ਕੇਸਿਸ ਬਣਾਉਣ ਲੱਗੇ ਨਾਂ ਭੁੱਲ ਗਿਆ ਮੈਂ ਕੀ ਸੀ ਉਹਦਾ ਹੋ ਸਕਦਾ ਇਹ ਸੀਗਾ ਅਤੇ ਕਹਿਣ ਦਾ ਪੁਆਇੰਟ ਆਉਂਦਾ ਕਿ ਵੀ ਇਹ ਜਾ ਕੇ ਥੋੜ੍ਹੀ ਦੇਰ ਨੂੰ ਪ੍ਰੈਸ਼ਰ ਦੇ ਅੰਡਰ ਆ ਜਾਂਦੇ ਹੈ ਪੋਲੀਟੀਸ਼ੀਅਨਸ ਵੀ ਕੋਈ ਦੇਖੋ ਸੁੱਚੇ ਤਾਂ ਹੁੰਦੇ ਨਹੀਂ ਇੰਡੀਆ ਦੇ ਖਾਸ ਕਰ ਬਥੇਰੇ ਇਹਨਾਂ ਨੇ ਗਲਤ ਕੀਤੇ ਹੁੰਦੇ ਆ ਉਹੋ ਜਿਹੀ ਚੀਜ਼ ਆ ਜਾਂਦੀ ਹੈਗੀ ਹੈ ਅਤੇ ਉਹ ਨੂੰ ਦੱਬ ਕੇ ਮੁੜ ਕੇ ਇਹ ਇਹਨਾਂ ਦੀ ਗੇਮ ਖਾਸ ਕਰ ਬੀਜੇਪੀ ਦੀ ਜਾਂ ਸਰਕਾਰ ਦੀ ਇਹ ਆ ਗਈ ਕਿ ਇਹਨਾਂ ਦੇ ਭੇਤ ਕੱਢੋ ਇੰਨਾ ਪ੍ਰੈਸ਼ਰ ਪਾ ਦਿਓ ਉਹ ਪ੍ਰੈਸ਼ਰ ਪਾ ਕੇ ਉਹਨੂੰ ਮਨਾ ਲੈਂਦੇ ਉਹ ਫਿਰ ਦੁੱਧ ਦੇ ਧੁਲੇ ਹੋ ਜਾਂਦੇ ਜੀ ਕੱਲ੍ਹ ਤੱਕ ਤਾਂ ਉਹ ਸਾਰੇ ਅੱਤਵਾਦੀ ਸੀਗੇ ਜਾਂ ਦੂਜੇ ਸੀਗੇ ਮੁੜ ਕੇ ਸਾਰੇ ਪੋਲੇ ਹੋ ਜਾਂਦੇ ਜੇ ਤੁਹਾਡੀ ਗੱਲ ਸਹੀ ਹੈਗੀ ਹੈ ਕਿ ਜੀ ਇਹ ਪੋਲੀਟੀਸ਼ੀਅਨਸ ਵੀ ਕਿਉਂ ਨਹੀਂ ਬੋਲਦੇ ਵੱਧ ਜੇ ਬੋਲਦੇ ਆ ਤਾਂ ਥੋੜ੍ਹਾ ਮੋਟਾ ਬੋਲਦੇ ਆ ਉਹ ਥੋੜ੍ਹਾ ਮੋਟਾ ਬੋਲ ਕੇ ਮੁੜ ਕੇ ਚੁੱਪ ਕਰ ਜਾਂਦੇ ਆ
ਕਿੰਨਾ ਕੁ ਮਤਲਬ ਇਹਨਾਂ ਦਾ ਦਮ ਹੁੰਦਾ, ਦਮ ਤਾਂ ਨਹੀਂ ਹੁੰਦਾ ਜੀ ਕਿਉਂਕਿ ਇਹਨਾਂ ਨੇ 100 ਗਲਤੀਆਂ ਕੀਤੀਆਂ ਹੁੰਦੀਆਂ, ਬਦਮਾਸ਼ੀਆਂ ਪੂਰੀਆਂ, ਕਿਤੇ ਵੀ ਕੋਈ ਦੁੱਧ ਦੇ ਤੁਲਿਆ, ਕੋਈ ਆਪਾਂ ਜਿਵੇਂ ਗੱਲ ਕਰਦੇ ਕੋਈ ਨਹੀਂ ਹੈਗਾ ਇਹਨਾਂ 'ਚੋਂ। ਉਹ ਪ੍ਰੈਸ਼ਰ ਪਾ ਕੇ ਕਈਆਂ ਨੂੰ ਮਾਰ ਕਰ ਜਾਂਦੇ ਹੈਗੇ। ਦੇਖੋ ਇੱਕ ਸੱਤਿਆਪਾਲ ਮਲਿਕ ਹੈਗੇ, ਇਹ ਬੋਲੇ ਸਿਰਫ ਜਿਵੇਂ ਕਿਸਾਨ ਅੰਦੋਲਨ ਦੇ ਗਵਰਨਰ ਦੀ ਤੁਸੀਂ ਗੱਲ ਕਰਦੇ ਹੋ, ਉਹ ਤਾਂ ਕਹਿੰਦੇ ਜੇ ਮੈਨੂੰ ਉਹਦੇ ਤੋਂ ਹਟਾਤਾ ਮੈਂ ਤਾਂ ਵੀ ਬੋਲਦਾ ਰਹਾਂਗਾ। ਉਹਨਾਂ ਤੇ ਆ ਵੀ ਸਟੇਟਮੈਂਟ ਦਿੱਤੀ, ਕਹਿੰਦੇ ਕਿ ਕੁੱਤੀ ਮਰ ਜੇ ਜੀ, ਕਿ ਤੁਸੀਂ ਉਹਦੀ ਬੜਾ ਅਫਸੋਸ ਜਤਾਉਂਦੇ ਹੋ। ਕਹਿੰਦੇ ਇੱਥੇ 250 ਤੋਂ ਉੱਤੇ ਕਿਸਾਨ ਮਰ ਗਏ, ਤੁਸੀਂ ਕੋਈ ਅਫਸੋਸ ਤੱਕ ਨਹੀਂ ਕਰਦੇ। ਤੇ ਉਹ ਮੇਰਾ ਮਤਲਬ ਕਿ ਬਹੁਤ ਘੱਟ, ਇਹ ਦੇਖੋ ਬੀਜੇਪੀ 'ਚ ਹੈਗੇ ਹੈ, ਗਵਰਨਰ ਹੈਗੇ ਹੈ, ਚੰਗੇ ਅਹੁਦਿਆਂ 'ਤੇ ਵੀ ਰਹੇ ਹੈਗੇ ਆ। ਪਹਿਲੇ ਇਹਨਾਂ ਜਾ ਕੇ JNK 'ਚ ਵੀ ਬੋਲਤਾ ਸੀ ਕਿ ਕਹਿੰਦਾ ਜਿਹੜੇ ਸਾਰੇ ਅਮੀਰ ਘਰਾਣੇ ਆ, ਤੁਸੀਂ ਦੇਖੋ ਬਿਲ ਗੇਟਸ ਦੇਖ ਲਓ ਜਾਂ ਦੂਜੇ ਕੋਈ ਫੇਸਬੁੱਕ ਵਾਲਾ ਦੇਖ ਲਓ ਜਾਂ ਤੀਜੇ ਜਿਹੜੇ ਵੀ ਹੈਗੇ ਆ, ਕਹਿੰਦੇ ਇਹ ਕੁਝ ਦੰਦੇ ਤਾਂ ਹੈਗੇ ਆ, ਕੋਈ ਕੀ ਕਹਿੰਦੇ ਚੈਰੀਟੇਬਲ ਆਰਗੇਨਾਈਜੇਸ਼ਨ ਨੂੰ ਕੁਝ ਦੰਦੇ ਤਾਂ ਹੈਗੇ, ਸਮਾਜ ਸੇਵੀ ਸੰਸਥਾਵਾਂ ਨੂੰ। ਕਹਿੰਦੇ ਇਹ ਕੋਈ ਦੰਦਾ ਹੀ ਨਹੀਂ ਸਾਡੇ ਆਪਣੇ ਇੰਡੀਆ 'ਚ। ਕੀ ਦੰਦੇ ਆ ਜੀ? ਥੋੜ੍ਹਾ ਮੋਟਾ ਟਾਟਾ ਮੇਰੇ ਖਿਆਲ ਕਰਦਾ, ਤੇ ਇਹਨਾਂ ਦਾ ਕੋਈ ਅਦਾਨੀ ਅੰਬਾਨੀ ਦਾ ਤੁਸੀਂ ਸੁਣਿਆ ਜੀ ਕੋਈ ਇਹਨਾਂ ਨੇ ਕੀ ਹਸਪਤਾਲ ਖੋਲ੍ਹਤੇ ਜੀ? ਫ੍ਰੀ ਤਾਂ ਖੋਲ੍ਹਣ ਵਾਲਾ ਫਿਰ ਉਹ ਹੈਗਾ, ਉਹ ਜਿਹੜਾ ਆਪਣੇ DGMC ਦਾ ਖੋਲ੍ਹਤੇ, ਕੈਂਸਰ ਦਾ ਖੋਲ੍ਹਤਾ, ਡਾਇਲਿਸਿਸ ਕਿਡਨੀ ਡਾਇਲਿਸਿਸ ਦਾ ਉਹਨਾਂ ਨੇ ਉੱਥੇ ਖੋਲ੍ਹਤਾ ਆਪਣੇ ਦਿੱਲੀ ਹਾਂ, ਬਿਲਕੁਲ ਫ੍ਰੀ। ਲੇਕਿਨ ਇਹ ਤਾਂ ਸਿੱਖਾਂ ਦੀ ਇੱਕ ਧਰੋਹਰ ਹੈ ਕਿ ਜਿਹਦੇ 'ਚ ਕਿ ਵੀ ਉਹ ਪੁੰਨਦਾਨ ਨੂੰ ਤੇ ਵੰਡ ਕੇ ਛਕਣ ਨੂੰ ਜਾਂ ਲੋਕਾਂ ਦਾ ਸੇਵਾ ਕਰਨ ਦਾ। ਹੁਣ ਆਪਾਂ ਆਵਾਂਗੇ ਕਿਸਾਨੀ ਅੰਦੋਲਨ ਤੇ। ਕਿਸਾਨੀ ਅੰਦੋਲਨ ਦਾ ਕੀ ਲੱਗਦਾ ਕਿ ਜਿਹੜੇ ਬਿੱਲ ਨੇ ਫਿਲਹਾਲ ਉਹਨਾਂ ਤੇ ਰੋਕ ਲੱਗੀ ਹੋਈ ਹੈ, ਲੰਮੇ ਸਮੇਂ ਲਈ ਰੋਕ ਲੱਗ ਸਕਦੀ ਹੈ, ਜਾਂ ਕਿਸਾਨਾਂ ਦੀ ਦੁਬਾਰੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਕੋਈ ਗੱਲਬਾਤ ਨਵੇਂ ਸਿਰੇ ਤੋਂ ਚੱਲ ਸਕਦੀ ਹੈ ਕਿ ਨਹੀਂ, ਕਿ ਇੱਦਾਂ ਕਿਸਾਨਾਂ ਦਾ ਹੋਰ ਲੰਮਾ ਸਮਾਂ ਇਮਤਿਹਾਨ ਲਿਆ ਜਾਏਗਾ? ਦੇਖੋ ਜੀ ਹੁਣ ਵੈਸੇ ਇਲੈਕਸ਼ਨ ਆ ਰਿਹਾ ਤੇ ਇਹਨਾਂ ਦਾ ਹੋ ਸਕਦਾ ਇਹ ਸਾਬਿਤ ਕਰਨ ਤੇ ਲੱਗੇ ਹੁਣ BJP ਕਿ ਭਾਈ ਦੇਖੋ ਅਸੀਂ ਤਾਂ ਜਿੱਤ ਗਏ। ਜੇ ਜਿੱਤ ਜਾਣਗੇ ਤਾਂ ਕਹਿਣਗੇ ਤੁਹਾਡੀ ਕਿਸਾਨਾਂ ਦਾ ਹੈ ਕਿ ਤੁਹਾਡੀ ਸੁਣਦਾ ਹੀ ਕੋਈ ਨਹੀਂ, ਹੈ ਹੀ ਨਹੀਂ, ਇਹਦਾ ਮਤਲਬ ਸਭ ਠੀਕ ਹੈ। ਕਿਸੇ ਦੀ ਜਿਹੜੀ ਪੱਛਮੀ ਬੰਗਾਲ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉਹਦੇ ਰਿਜ਼ਲਟ ਤੋਂ ਬਾਅਦ ਕੁਛ ਨਾ ਕੁਛ ਹਿੱਲ-ਜੁਲ ਹੋਏਗੀ। ਨਹੀਂ, ਉਦੋਂ ਬਾਅਦ ਹੀ ਮੇਰੇ ਹਿਸਾਬ ਤਾਂ ਲੱਗ ਰਹੀ ਹੈ, ਕਿਉਂਕਿ ਇਹਨੂੰ ਹੁਣ ਜੇ ਛੇੜ ਨਹੀਂ ਰਹੇ, ਛੇੜ ਕਿਹੜੀ ਗੱਲ 'ਚ ਨਹੀਂ, ਇਹ ਵੀ ਬੜਾ ਸੋਚਣਾ ਬਹੁਤ ਜ਼ਰੂਰੀ ਹੈਗਾ। ਹਾਲਾਂਕਿ ਦੇਖੋ ਮੇਰੇ ਕੋਈ ਥੋੜ੍ਹੇ ਜਿਹੇ ਅੱਗੇ ਜਾਣ ਪਛਾਣ ਦੇ ਹੈਗੇ, ਮੈਂ ਉੱਤੇ ਤੱਕ ਗੱਲ ਪਹੁੰਚਾਉਣ ਦੀ ਥੋੜ੍ਹਾ ਮੋਟਾ ਸਫਲ ਹੋ ਗਿਆ ਸੀਗਾ। ਮੈਂ ਪਹਿਲੇ ਕਿਹਾ ਸੀ, ਮੈਂ ਕਿਹਾ ਭਾਈ ਮੈਂ 26 ਸਤੰਬਰ ਨੂੰ ਲਿਖੀ ਸੀ ਜਦੋਂ ਹਲੇ ਅੰਦੋਲਨ ਤਾਂ ਗਏ ਵੀ ਨਹੀਂ ਸੀ ਉੱਥੇ। ਮੈਂ ਕਿਹਾ ਭਾਈ ਐਂ ਨਾ ਕਰੋ, ਤੁਹਾਨੂੰ BJP ਵਾਲਿਆਂ ਨੂੰ ਇੱਥੇ ਪੰਜਾਬ 'ਚ ਤਾਂ ਨਿਕਲਣਾ, ਬਾਹਰ ਨਿਕਲਣਾ ਮੁਸ਼ਕਿਲ ਹੋ ਜਾਊਗਾ, ਉਹੀ ਹੋ ਰਿਹਾ। ਇਹਨਾਂ ਨੂੰ ਮੈਂ ਫੇਰ ਗੱਲ ਕੀਤੀ, ਕਹਿੰਦਾ ਜੋ ਆਪਨੇ ਬੋਲਾ ਥਾ ਜੀ ਉਹ ਸਾਰਾ ਸਹੀ ਨਿਕਲਾ। ਤੇ ਉਹਨਾਂ ਨੇ ਫਿਰ ਅੱਗੇ ਵੀ ਗੱਲ ਤੋਰੀ, ਉੱਤੇ ਤੱਕ ਸ਼ਾਇਦ ਪਹੁੰਚਾਈ। ਮੈਂ ਕਿਹਾ ਜੀ ਇੱਥੇ ਪਰਮਾਨੈਂਟ ਤੁਸੀਂ ਰੋਕ ਲਾ ਦਿਓ। ਕਹਿੰਦੇ ਜੀ ਇਹ ਤਾਂ ਅਸੀਂ ਸੋਚਿਆ ਹੀ ਨਹੀਂ ਸੀ। ਫਿਰ ਉਸ ਗੱਲ 'ਤੇ ਜਿਹੜੀ ਮੈਨੂੰ ਪਤਾ ਲੱਗਿਆ ਉਹਨਾਂ ਡਿਸਕਸ਼ਨ ਵੀ ਕੀਤੀ ਤੇ ਕਿਸੇ ਤਰ੍ਹਾਂ ਕੇ ਕਿਸਾਨਾਂ ਦੇ ਜਿਹੜੇ ਕਿਸਾਨਾਂ ਦੇ ਬਿੱਲ ਤਾਂ ਅੜ ਗਏ, ਕਹਿੰਦੇ ਇਹ ਤਾਂ ਰੱਦ ਹੀ ਹੋਣਗੇ ਬਿੱਲ, ਰੋਕ ਤੇ ਲਾਉਣ ਤੇ ਤਾਂ ਸਮਝੌਤਾ ਨਹੀਂ ਹੋਣਾ। ਇਹ ਤਾਂ ਜਿਸ ਤਰ੍ਹਾਂ ਦੋ ਧਿਰਾਂ ਦੀ ਸਿੱਧੀ ਲੜਾਈ ਹੁੰਦੀ ਹੈ, ਸਿੱਧੀ ਲੜਾਈ ਆ, ਕਾਨੂੰਨ ਜਾਂ ਰੱਦ ਕਰੋ, BJP ਕਹਿੰਦੀ ਨਹੀਂ ਰੱਦ ਕਰਨਾ। ਇੱਥੇ ਮਤਲਬ ਕੋਈ ਵਿੱਚ ਵਿਚਾਲੇ ਵਾਲਾ ਰਾਹ ਤਾਂ ਨਜ਼ਰ ਨਹੀਂ ਆ ਰਿਹਾ। ਨਹੀਂ, ਵਿੱਚ ਵਿਚਾਲੇ ਵਾਲਾ ਬਣ ਸਕਦਾ ਜੀ। ਦੇਖੋ ਇਹ ਤਕਰੀਬਨ ਰੱਦ ਹੀ ਹੋ ਗਏ ਜਦੋਂ ਪਰਮਾਨੈਂਟ ਤੁਸੀਂ ਰੋਕ ਲਾਤੀ ਕਿ ਵੀ ਇੱਕ ਪਾਸੇ ਕਿਸਾਨ ਬਹਿ ਗਏ, ਇੱਕ ਪਾਸੇ ਗਵਰਨਮੈਂਟ ਵਾਲੇ ਬਹਿ ਗਏ ਕਿ ਜਿੰਨੀ ਦੇਰ ਤੁਹਾਡੀ ਸੁਲ੍ਹਾ ਨਹੀਂ ਹੋ ਜਾਂਦੀ ਉਨੀ ਦੇਰ ਰੋਕ ਹੈਗੀ ਇਹਦੀ। ਉਹ ਫਿਰ ਇੱਕ ਤਰ੍ਹਾਂ ਦੇ ਰੱਦ ਹੀ ਹੋ ਗਏ। ਦੇਖੋ ਜੇ ਮੰਨਦੇ ਆ, ਨਹੀਂ ਤਾਂ ਦੇਖੋ ਇੱਕ ਹਿੱਸਾ ਤਾਂ ਮੰਨ ਨਹੀਂ ਰਿਹਾ, ਕਿਸਾਨਾਂ ਦਾ ਵੀ ਨਹੀਂ ਮੰਨ ਰਿਹਾ। ਇਹ ਜਿਹੜੀ ਸਰਕਾਰ ਨੂੰ ਇੰਨੀ ਹੇਕੜੀ ਨਹੀਂ ਕਰਨੀ ਚਾਹੀਦੀ, ਨਾ ਹੀ ਇਹ ਤਾਂ ਰਾਜ ਸੱਤਾ ਦੀ ਹੰਕਾਰ 'ਚ। ਤੇ ਹੋ ਸਕਦਾ ਕੁਝ ਜਿਹੜੇ ਦੂਜੇ ਕੋਈ ਮੁੱਦੇ ਹੈਗੇ ਕਿ ਸ਼ਾਇਦ ਅਸੀਂ ਬਈ ਕਿਸੇ ਤਰ੍ਹਾਂ ਦੀ ਕੋਈ ਗੜਬੜ ਕਰਕੇ ਜਿੱਤ ਜਾਵਾਂਗੇ, ਜਾਂ ਉਹ ਹੰਕਾਰ ਹੈਗਾ। ਨਹੀਂ ਤਾਂ ਸਮਝਦਾਰੀ ਇਹਦੇ 'ਚ ਕੁਝ ਨਹੀਂ ਹੈਗੀ। ਜਿਵੇਂ ਸੱਤਿਆਪਾਲ ਮਲਿਕ ਕਹੀ ਗਏ ਕਿ ਵੀ ਤੁਹਾਨੂੰ ਕਿਸਾਨਾਂ ਨੂੰ ਕਹਿੰਦੇ ਤੁਸੀਂ ਖਾਲੀ ਨਾ ਛੱਡਿਓ। ਕਹਿੰਦਾ ਜਿਹੜੇ ਸਰਦਾਰ ਹੈ ਇਹ 300 ਸਾਲ ਨਹੀਂ ਗੱਲਾਂ ਭੁੱਲਦੇ, ਇਹ ਉਹਨਾਂ ਦੇ ਬਚਨ ਹੈ, ਮੇਰੇ ਨਹੀਂ ਹੈ। ਕਿ ਇਹ ਮੁੜ ਕੇ ਉਹਨਾਂ ਨੂੰ ਪਤਾ, ਉਹ ਸਮਝੀ ਬੈਠੇ ਆ। ਉਹਨਾਂ ਕਹਿੰਦਾ ਮੈਂ ਇਹਨਾਂ ਤੋਂ ਵਿਚਰਿਆ ਇਹਨਾਂ 'ਚ ਕਿ ਤੁਸੀਂ ਇਹ ਗਲਤ ਨਾ ਕਰੋ, ਇਹਨਾਂ ਨੂੰ ਨਿਆਂ ਦਿਓ, ਇਹਨਾਂ ਦੀ ਗੱਲ ਸੁਣੋ। ਕਿਸੇ ਨਾ ਕਿਸੇ ਗੱਲ ਤਾਂ ਉਹ ਕਹਿੰਦਾ MSP ਦਾ ਤੁਸੀਂ ਬਿੱਲ ਕਰ ਦਿਓ। ਉਹ ਠੀਕ ਆ। ਹੁਣ ਜਿਹੜਾ ਪੰਜਾਬ ਦੀ ਸਿਆਸਤ ਉੱਤੇ ਕੀ ਅਸਰ ਪਏਗਾ ਕਿਸਾਨੀ ਸੰਘਰਸ਼ ਦਾ, ਕਿਉਂਕਿ ਪੰਜਾਬ ਦੇ ਲੋਕ ਡਟਵਾਂ ਵਿਰੋਧ ਕਰ ਰਹੇ ਨੇ ਤਿੰਨੇ ਖੇਤੀ ਕਾਨੂੰਨਾਂ ਦਾ। ਪੰਜਾਬ ਦੀਆਂ ਸਿਆਸੀ ਪਾਰਟੀਆਂ BJP ਨੂੰ ਛੱਡ ਕੇ ਸਾਰੀਆਂ ਪੂਰਾ ਜ਼ੋਰ ਲਾ ਰਹੀਆਂ ਨੇ ਕਿ ਕਾਨੂੰਨ ਰੱਦ ਹੋ ਜਾਣ। ਕੀ ਲੱਗਦਾ ਤੁਹਾਨੂੰ ਕਿ ਸਿਆਸਤ 'ਤੇ ਅਸਰ ਨਜ਼ਰ ਆਏਗਾ ਜਾਂ ਨਹੀਂ? ਦੇਖੋ ਜੀ ਮੇਰੇ ਖਿਆਲ 'ਚ ਤਾਂ ਹੋ ਸਕਦਾ ਮੇਰੇ ਨਾਲ ਕੋਈ ਐਗਰੀ ਨਾ ਕਰਨ। ਮੈਂ ਸੋਚਦਾ ਇਸ ਕਿਸਾਨੀ ਅੰਦੋਲਨ 'ਚੋਂ ਇੱਕ ਕੋਈ ਕਿਸਾਨਾਂ ਦੇ ਸਪੋਰਟ ਨਾਲ ਹੀ ਕੁਝ ਬੰਦੇ ਨਿਕਲਣਗੇ ਤੇ ਮੈਨੂੰ ਐਂ ਲੱਗਦਾ ਕਿ ਚੰਗਾ ਨੰਬਰ ਵੀ ਲੈ ਜਾਣਗੇ। ਤੇ ਇਹ ਵੀ ਇਹਨਾਂ ਲੱਗਦਾ ਕਿ ਆਪ ਤੋਂ ਤੇ ਅਕਾਲੀ ਦਲ ਦੀਆਂ 2-4 ਹੀ ਆਉਣੀਆਂ ਵੋਟਾਂ, ਉਹ ਸੀਟਾਂ, ਤੇ ਉਹਨਾਂ ਨੂੰ ਵੀ ਵੱਧ ਲਿਜਾ ਸਕਦੇ ਹੈ। ਤੇ ਹੋ ਸਕਦਾ ਇਹ ਕੈਪਟਨ ਅਮਰਿੰਦਰ ਸਿੰਘ ਜੋ ਸੋਚ ਰਹੇ ਆ ਸਾਰੇ ਜਣੇ ਕਿ ਵੀ ਦੁਬਾਰਾ ਰਿਪੀਟ ਕਰਾਂਗੇ ਤਾਂ ਕੋਈ ਵਕਤ ਵੀ ਪਾ ਸਕਦੇ ਹੈਗੇ। ਇਹਨਾਂ ਨੂੰ ਚੁਣੌਤੀ ਮਿਲ ਸਕਦੀ ਹੈ ਸੱਤਾਧਾਰੀਆਂ ਨੂੰ। ਪਰ ਕੱਲ੍ਹ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ 4 ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ ਨੇ ਆਪਣੀ ਸਰਕਾਰ ਦੀਆਂ। ਤੁਹਾਨੂੰ ਲੱਗਦਾ ਕਿ 86% ਚੋਣ ਮੈਨੀਫੈਸਟੋ ਪੰਜਾਬ ਵਿੱਚ ਲਾਗੂ ਹੋ ਗਿਆ? ਨਹੀਂ ਜੀ,
ਇਹ ਤਾਂ ਕੋਈ ਨਹੀਂ ਮੰਨਦਾ। ਸਾਰੇ ਪਾਸੇ ਜਾਈਦੇ, ਕਾਂਗਰਸੀ ਆਪ ਬੋਲਦੇ ਜੀ ਕੁਝ ਨਹੀਂ ਕੀਤਾ ਯਾਰ, ਉਹ ਡਿਸਸੈਟਿਸਫਾਈਡ ਹੈਗੇ। ਪਰ ਇਹ ਵੀ ਹੈ ਕਿ ਇਹਨਾਂ ਦੇ ਬਰਾਬਰ ਕੋਈ ਹੈ ਨਹੀਂ। ਕੈਪਟਨ ਅਮਰਿੰਦਰ ਸਿੰਘ ਮੇਰੇ ਹਿਸਾਬ 'ਚ ਰਿਪੀਟ ਕਰ ਸਕਦੇ ਆ। ਇਹ ਹੈ ਕਿ ਜਿਹੜੀ ਮੈਨੂੰ ਥੋੜ੍ਹੀ ਜਿਹੀ ਗੱਲ ਸਮਝ ਆ ਰਹੀ ਹੈ ਉਹ ਹੈ ਕਿ ਕਿਸਾਨੀ ਅੰਦੋਲਨ 'ਚੋਂ ਜਿਹੜੇ ਬੰਦੇ ਨਿਕਲਣਗੇ, ਕਿ ਜੇ ਨੰਬਰ ਵੱਧ ਲੈ ਗਏ ਤਾਂ ਇਹਨਾਂ ਦੀ ਬ੍ਰੇਕਾਂ ਵੀ ਕਸਾ ਸਕਦੇ ਆ। ਕਸਾ ਨਹੀਂ ਸਕਦੇ ਤਾਂ ਮਤਲਬ ਬਿਲਕੁਲ ਮਾਈਨੋਰਿਟੀ 'ਚ ਵੀ ਘੱਟ ਨੰਬਰ 'ਤੇ ਵੀ ਲਿਆ ਸਕਦੇ ਹੈਗੇ। ਇਸ ਕਰਕੇ ਦੇਖੋ ਹਾਲੇ ਤੱਕ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਸਮਝਦਾਰੀ ਨਾਲ ਪਰ ਤੁਹਾਡੇ ਦੋ ਗੱਲਾਂ ਆ ਗਈਆਂ। ਇੱਕ ਤਾਂ ਤੁਸੀਂ ਇਹ ਕਹਿਤਾ ਕਿ ਚੁਣੌਤੀ ਮਿਲ ਜੇਗੀ, ਨਹੀਂ ਲਿਜਾਣਾ। ਦੂਜੇ ਪਾਸੇ ਤੁਸੀਂ ਕਹਿੰਦਾ ਰਿਪੀਟ ਕਰ ਸਕਦੀ ਹੈ ਸਰਕਾਰ। ਇਹ ਦੋ ਤੁਹਾਡਾ ਆਪਣਾ ਅੰਤਰ ਵਿਰੋਧ ਹੋ ਗਿਆ। ਅੰਤਰ ਵਿਰੋਧ ਇਸ ਕਰਕੇ ਜੀ, ਦੇਖੋ ਕਿਸਾਨ ਜਿਹੜੀ ਯੂਨੀਅਨਸ ਹੈਗੀਆਂ ਇਹਨਾਂ 'ਚ ਥੋੜ੍ਹੀ ਜਿਹੀ ਆਪਸ 'ਚ ਵੀ ਥੋੜ੍ਹੀ ਜਿਹੀ ਮੇਰੇ ਖਿਆਲ ਯੰਗਰ ਅਤੇ ਐਲਡਰ ਲੋਟ ਦੀ ਨਾ ਥੋੜ੍ਹੀ ਜਿਹੀ ਆਪਸ 'ਚ ਪੂਰੀ ਤਾਲਮੇਲ ਜਾਂ ਬੈਠ ਨਹੀਂ ਰਿਹਾ। ਪਰ ਮੈਨੂੰ ਸਕਦਾ ਉਦੋਂ ਤੱਕ ਬੈਠ ਵੀ ਜਾਊਗਾ। ਕਈ ਵਾਰ ਆਪਾਂ ਭੁੱਲ ਜਾਂਦੇ ਹਾਂ ਕਿ ਉਹ ਜਦੋਂ ਸਿਮਰਜੀਤ ਸਿੰਘ ਬੈਂਸ ਬੈਂਸ ਨਹੀਂ ਮਾਨ ਪੂਰੀਆਂ ਹੀ ਉਹ ਸਾਰਾ ਹਿਸਾਬ ਕਿਤਾਬ ਲੈ ਗਏ ਸੀ। ਲੋਕ ਸਭਾ ਦੀਆਂ 13 ਸੀਟਾਂ 'ਚੋਂ 11 ਲੈ ਗਏ ਸੀ। ਸਭ ਤੋਂ ਵੱਧ ਵੋਟਾਂ ਸਿਮਰਜੀਤ ਸਿੰਘ ਮਾਨ ਨੂੰ ਪਈਆਂ ਸਨ ਅਤੇ ਪਿਛਲੇ 5-7 ਦਿਨਾਂ 'ਚ ਉਹਨਾਂ ਦਾ ਪ੍ਰਚਾਰ ਹੋਇਆ ਸੀ। ਮਤਲਬ ਉਹ ਇੱਕ ਵੱਡੀ ਪੰਜਾਬ ਦੇ ਚੋਣਾਂ ਦੇ ਇਤਿਹਾਸ ਦੇ ਵਿੱਚ ਉਹ ਵੱਡੀ ਪ੍ਰਾਪਤੀ ਸੀ। ਇੱਕ ਛੋਟੀ ਧਿਰ ਦੀ ਆਪਾਂ ਕਹਿ ਸਕਦੇ ਹਾਂ। ਇੱਥੇ ਤਾਂ ਹੁਣ ਛੋਟੀ ਧਿਰ ਦਿਖੀ ਗਈ, ਕਿਸਾਨਾਂ ਦੀ ਛੋਟੀ ਧਿਰ ਨਹੀਂ ਹੈ, ਬਹੁਤ ਵੱਡੀ ਧਿਰ ਹੈ। ਜੇ ਇਹਨਾਂ ਨੇ ਆਪਦੇ ਬੰਦੇ ਚਾਰ ਖੜੇ ਕਰਤੇ, ਚਾਰ ਖੜੇ ਕੀ ਮੇਰਾ ਮਤਲਬ ਜੇ ਕਿਸੇ ਤਰ੍ਹਾਂ ਮੈਨੂੰ ਲੱਗਦਾ ਬਣੂ ਵੀ ਆਉਣਗੇ ਲੋਕ ਜਿਨ੍ਹਾਂ ਦੀ ਸਪੋਰਟ ਕਿਸਾਨ ਕਰਨਗੇ ਅਤੇ ਉਹ ਸਰਕਾਰ ਨੂੰ ਵਕਤ ਵੀ ਪਾ ਸਕਦੇ ਆ। ਅਤੇ ਕੈਪਟਨ ਸਾਹਿਬ ਦਾ ਹੋ ਸਕਦਾ ਰਿਪੀਟ ਕਰਨਾ ਮੁਸ਼ਕਿਲ ਵੀ ਕਰ ਸਕਦੇ ਆ, ਨੱਕ 'ਚ ਦਮ ਕਰ ਸਕਦੇ ਆ। ਨਵਜੋਤ ਸਿੰਘ ਸਿੱਧੂ ਵਾਲੇ ਬਾਰੇ ਕਿਵੇਂ ਸੋਚਦੇ ਹੋ? ਕਿਉਂਕਿ ਸਿੱਧੂ ਇੱਕ ਇਹੋ ਜਿਹੀ ਸ਼ਖਸੀਅਤ ਹੈ ਜਿਹਦੇ ਬਾਰੇ ਸਿਆਸਤ ਦੇ ਵਿੱਚ ਹੇਰ ਫੇਰ ਹੋ ਜਾਂਦੀ ਹੈ। ਉਹ ਕੀ ਸਟੈਂਡ ਲੈਂਦੇ ਆ, ਕਿੱਧਰ ਜਾਂਦੇ ਆ, ਵੱਖਰੀ ਪਾਰਟੀ ਬਣਾਉਂਦੇ ਆ, ਕਾਂਗਰਸ 'ਚ ਆਉਂਦੇ ਆ। ਉਹ ਕੀ ਲੱਗਦਾ ਤੁਹਾਨੂੰ ਉਹਨਾਂ ਦਾ ਕਿੰਨੀ ਕੁ ਛਾਪ ਰਹੇਗੀ ਸਿਆਸਤ ਉੱਤੇ? ਦੇਖੋ ਜੀ, ਉਹ ਬੀਬੀ ਨੂੰ ਤਾਂ ਬਣਾਤਾ, ਉਹ ਵੀ ਨਵਜੋਤ ਕੌਰ ਸਿੱਧੂ ਹੈ। ਉਹਨੂੰ ਜਾਟ ਸਭਾ ਦਾ ਲੇਡੀਜ਼ ਦਾ ਵਿੰਗ ਦਾ ਪ੍ਰਧਾਨ ਬਣਾਤਾ, ਪੰਜਾਬ ਦਾ ਨਹੀਂ ਆਲ ਇੰਡੀਆ ਮੇਰੇ ਖਿਆਲ 'ਚ। ਨਹੀਂ, ਉਹਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ। ਪਰ ਉਹ ਜਿਹੜੇ ਜੱਟ ਮਹਾਂਸਭਾ ਵਾਲੇ ਨੇ ਕੈਪਟਨ ਦੀ ਜਿਹੜੀ ਲੀਡਰਸ਼ਿਪ ਪੰਜਾਬ ਦੇ ਵਿੱਚ ਸੀ ਉਹ ਰੱਦ ਕਰਤੀ। 8 ਪ੍ਰਧਾਨ ਲਾਤੇ, ਕੁਸ਼ਲਦੀਪ ਢਿੱਲੋਂ ਲਾਤਾ ਪੰਜਾਬ ਦਾ ਪ੍ਰਧਾਨ। ਇਹ ਨਵੀਂ ਧਿਰ ਆ ਗਈ। ਉਹ ਕਹਿੰਦੇ ਅਸੀਂ ਹੁਣ ਇਕੱਲੇ ਕਾਂਗਰਸ ਵਾਲੇ ਨਹੀਂ ਇਹਦੇ ਵਿੱਚ ਰੱਖਣੇ, ਕੋਈ ਵੀ ਸਿਆਸੀ ਪਾਰਟੀ ਵਾਲਾ ਉਹਨਾਂ 'ਚ ਆ ਸਕਦਾ ਹੈ। ਇੱਕ ਉਹ ਕਹਿੰਦੇ ਅਸੀਂ ਕਿਸਾਨੀ ਅੰਦੋਲਨ ਦੀ ਦਿੱਲੀ ਜਾ ਕੇ ਹਮਾਇਤ ਕਰਾਂਗੇ। ਇਹ ਇੱਕ ਨਵਾਂ ਵਰਤਾਰਾ ਹੈ। ਨਵਜੋਤ ਕੌਰ ਸਿੱਧੂ ਕੈਪਟਨ ਵਿਰੋਧੀ ਖੇਮੇ 'ਚ ਆ ਗਏ ਨੇ। ਦੇਖੋ ਜੀ, ਜੇ ਇਹ ਮੇਰੀ ਥੋੜ੍ਹੀ ਅਲੱਗ ਜੀ ਥੋੜ੍ਹੀ ਸੋਚ ਹੈ ਕਿ ਸ਼ਾਇਦ ਜੇ ਕੈਪਟਨ ਸਾਹਿਬ ਨਵਜੋਤ ਸਿੱਧੂ ਦੀ ਆਕਾਂਸ਼ਾ ਨੂੰ ਪੂਰਾ ਨਹੀਂ ਕਰਦੇ ਜਾਂ ਉਹਨਾਂ ਦੀ ਮਹੱਤਵਾਕਾਂਸ਼ਾ ਨੂੰ ਪੂਰਾ ਨਹੀਂ ਕਰਦੇ, ਤਾਂ ਜੇ ਆ ਕਿਸਾਨ ਅੰਦੋਲਨ ਦੇ ਜਾਂ ਇਸ ਧਿਰ ਨੂੰ ਹੀ ਜੁੜ ਜਾਣ ਤਾਂ ਬਹੁਤ ਫਰਕ ਪੈ ਜਾਊਗਾ। ਅਤੇ ਮੈਨੂੰ ਲੱਗਦਾ ਜੇ ਸਮਝਦਾਰ ਹੋਣਗੇ ਜਾਂ ਤਾਂ ਕੈਪਟਨ ਸਾਹਿਬ ਇਹਨਾਂ ਨੂੰ ਦੇ ਦੇਣਗੇ, ਜਾਂ ਇਹ ਆਪਦੀ ਜਿਹੜੀ ਕੂਟਨੀਤੀ ਜਿਹੜੀ ਮੈਨੂੰ ਸਮਝ ਆਉਂਦੀ ਹੈ, ਜੇ ਇੱਧਰ ਜੁੜ ਗਏ ਜਿਵੇਂ ਉਹਨਾਂ ਦੀ ਮਿਸਿਸ ਜੁੜ ਗਏ ਹੈਗੇ ਆ, ਤਾਂ ਜੀ ਕੋਈ ਨਵਾਂ ਸਮੀਕਰਨ ਉੱਭਰ ਸਕਦਾ ਅਤੇ ਹੋ ਸਕਦਾ ਨਵਜੋਤ ਸਿੱਧੂ ਗਾਂਹ ਆ ਕੇ ਪੂਰੇ ਲੀਡਰਸ਼ਿਪ ਵੀ ਕਾਇਮ ਕਰ ਸਕਦੇ ਹੈ। ਵੱਡੀ ਉਥਲ ਪੁਥਲ ਦੀ ਸੰਭਾਵਨਾ ਹੈ ਪੰਜਾਬ ਦੀ ਸਿਆਸਤ ਵਿੱਚ, ਤੁਹਾਡਾ ਇਹ ਸਪਸ਼ਟ ਕਹਿਣਾ? ਹਾਂਜੀ, ਜੇ ਨਵਜੋਤ ਸਿੰਘ ਸਿੱਧੂ ਕਿਸਾਨ ਅੰਦੋਲਨ ਨਾਲ ਜਾਂ ਕਿਸਾਨਾਂ ਨਾਲ ਆਪਦਾ ਜਿਵੇਂ ਉਹਨਾਂ ਦੀ ਵਾਈਫ ਤਾਂ ਜੁੜੀ ਚੁੱਕੀ ਹੈ ਜੀ, ਅਤੇ ਜਿਹੜੀ ਮੈਨੂੰ ਥੋੜ੍ਹੀ ਜਿਹੀ ਨਜ਼ਰ ਆਉਂਦੀ ਹੈ ਉਹ ਇਹ ਆਉਂਦੀ ਹੈ ਕਿ ਸ਼ਾਇਦ ਇਹ ਕਰ ਵੀ ਜਾਣ ਇੱਧਰ। ਇਹ ਆਪ 'ਚ ਨਹੀਂ ਜਾਂਦੇ ਜੀ, ਇਹ ਉਹਨੂੰ ਦੂਜੀ ਤੀਜੀ ਤਾਂ ਹੋਰ ਪਾਸੇ ਜਾਣਾ ਕਿੱਧਰ ਹੈਗਾ। ਬੀਜੇਪੀ ਵੀ ਨਹੀਂ ਜਾਂਦੇ, ਬੀਜੇਪੀ ਦਾ ਤਾਂ ਅੱਜ ਕੱਲ੍ਹ ਤਾਂ ਬਹੁਤ ਗਏ ਜ਼ੀਰੋ। ਅਤੇ ਆ ਕਿਸਾਨ ਧਿਰ ਨੂੰ ਜੇ ਲੈ ਕੇ ਇਹ ਤੁਰ ਪੈਣ ਤਾਂ ਇਹ ਬਹੁਤ ਚੰਗਾ ਨੰਬਰ ਲਿਜਾ ਸਕਦੇ ਹੈਗੇ। ਜਿਹੜੇ ਸ਼ਾਇਦ ਸੋਚਿਆ ਇਹਨਾਂ ਨੇ ਜਾਂ ਨਹੀਂ ਸੋਚਿਆ, ਲੇਕਿਨ ਇਹਨਾਂ ਦੀ ਵਾਈਫ ਤਾਂ ਆ ਗਈ, ਤਾਂ ਮੈਨੂੰ ਲੱਗਦਾ ਸੋਚਿਆ ਹੀ ਹੈ ਇੱਕ ਪਾਸਿਓਂ ਜੇ, ਜਾਂ ਸੋਚ ਲੈਣਗੇ। ਕੈਪਟਨ ਸਾਹਿਬ ਨੂੰ ਬਹੁਤ ਸੁਚੇਤ ਹੋ ਕੇ ਚੱਲਣਾ ਪਊਗਾ। ਇੰਨਾ ਚੰਗਾ ਹੈ ਕਿ ਇਹਨੂੰ ਦੇ ਦੇਣ, ਡਿਪਟੀ CM ਬਣਾ ਦੇਣ ਥੋੜ੍ਹੀ ਦੇਰ ਵਾਸਤੇ, ਜਾਂ ਉਹ ਲੋਕਲ ਬੋਡੀਜ਼ ਵਾਲਾ ਦੇ ਦੇਣ ਤਾਂ ਕੰਮ ਸਰਜੂ ਜੀ। ਨਹੀਂ ਤਾਂ ਇਹ ਮੈਨੂੰ ਤਾਂ ਲੱਗਦਾ ਕੈਪਟਨ ਸਾਹਿਬ ਨੂੰ ਪੂਰਾ ਮੁਕਾਬਲਾ ਕਰ ਸਕਦੇ ਹੈਗੇ ਨਵਜੋਤ ਸਿੰਘ ਸਿੱਧੂ, ਅਤੇ ਹੋ ਸਕਦਾ ਅਗਲੀ ਵਾਰੀ ਇਹਨਾਂ ਦਾ ਨੰਬਰ ਵੀ ਲੱਗ ਸਕਦਾ। ਠੀਕ ਹੈ। ਸੋ ਇਹ ਸਨ ਡਾਕਟਰ ਈਸ਼ਵਰਦਾਸ ਸਿੰਘ ਸਿੱਧੂ, ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਆਉਣ ਵਾਲੇ ਸਮੇਂ ਦੌਰਾਨ ਵੱਡੀ ਉਥਲ ਪੁਥਲ ਦੇਖਣ ਨੂੰ ਮਿਲ ਸਕਦੀ ਹੈ। ਦੋ ਪੱਖ ਇਹਨਾਂ ਨੇ ਸਪਸ਼ਟ ਕੀਤੇ ਨੇ। ਇੱਕ ਪੱਖ ਇਹ ਹੈ ਕਿ ਜੇਕਰ ਕਿਸਾਨੀ ਅੰਦੋਲਨ ਦੇ ਵਿੱਚੋਂ ਪੰਜਾਬ ਦੀ ਕੋਈ ਨਵੀਂ ਸਿਆਸੀ ਪਾਰਟੀ ਨਿਕਲ ਆਈ, ਜਾਂ ਫਿਰ ਜੇਕਰ ਨਵਜੋਤ ਸਿੰਘ ਸਿੱਧੂ ਕਿਸਾਨੀ ਅੰਦੋਲਨ ਦੀ ਹਮਾਇਤ ਵਿੱਚ ਡਟ ਜਾਂਦੇ ਨੇ। ਸੋ ਦੇਖਦੇ ਹਾਂ ਪੰਜਾਬ ਦੀ ਸਿਆਸਤ ਕਿਸ ਪਾਸੇ ਜਾਏਗੀ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ।